मित्र प्यारे हाल मुरीदा दा कहना। गुरु नानक पद पंकज बंदन पद पंकज सिमरो अंगद दुख गुर अमरदास हृदय नित ध्यावो हृदय नित। श्री गुरु रामदास गुण गुर अर्जन विघ्नन के नासक विघ्नन के। हर गोविंद शुभ सुमत पर श्री हर राय नमो कर जोरी नमो कर। श्री हर कृष्ण मनाव गुर तेग बहादुर परम कृपाला जी परम कृपाला। श्री गुरु गोबिंद सिंह बैसा तरो तरा परो पुन पुन सीसा जी पुन पुन। बंदों बार बार जगदी एक ओंकार सतगुरु तेह प्रसाद सच हो। वाहेगुरु जी की फतेह है विघ्न विनाशन सो। वाहेगुरु जी की फतेह है विघ्न विनाशन सोए। सतनाम श्री वाहिगुरु साहिब जीओ। दोहरा कर सलाह इकट्ठे भये सतगुर की कर आस। पढ़ै बाणियां गुरु की इकन होए कर रास। वाहिगुरु जी का खालसा वाहिगुरु जी की फतेह। जुग हो जुग अटल चबर छतर तख्त के मालिक दीन दुनिया के वाली साहिबे कमाल सतगुरु गरीब नवाज धन धन श्री गुरु ग्रंथ साहिब जी महाराज। गुरुदेव जी दे पावन पवित्र चरना कबलों पास संध्या दे सुंदर सजे दीवाना विच हाजरियां भर रहे गुरु स्वरूप गुरु खालसा साध संगत जी आप सरबत संगतां बड़भागी हो। लड़ीवार गुरु के पंथ का इतिहास श्रवण करन वास्ते गुरु चरना पास आप जी सुशोभित होए हो। बाबा तारा सिंह जी डालवा नगर के रहने वाले महापुरुष त्यार बर त्यार गुरु की फौज अठे पैर जंग करन लई तत्पर रहिंदे हन। बाणी पढ़नी शस्त्र धारण करने खालसियां वाला सुभाव ते रहत मर्यादा विच परपक रहना तिन्हां दी बाण है। नौशहरे नगर का रहने वाला साहिब राय ओदियां दो घोड़ियां लोकां दे खेत चरदियां ने। नौशहरे दे रहने वाले दो सिखां ने इतराज किया साहिब राय कोल तेरियां घोड़ियां साडे खेत चर जांदियां ने। ये गल सुन के उन्होंने जवाब दिता साहिब राय ने कि तुसी चाहुंदे मैं अपनियां घोड़ियां बन लवां, मैं तां तुहाडे वालां नूं मुन के ते उन्हां दे रस्से बना के अपनियां घोड़ियां बन्नांगा।
ਸਿੰਘਾਂ ਨੂੰ ਇਸ ਗੱਲ ਦਾ ਬੜਾ ਇਤਰਾਜ਼ ਹੋਇਆ। ਮਨ ਤੇ ਤਨ ਵਿੱਚ ਜੋਸ਼ ਜਾਗਿਆ ਕਿ ਕੇਸਾਂ ਦੇ ਸੰਬੰਧੀ ਅਜਿਹੇ ਕਬੋਲ ਇਸ ਦੁਸ਼ਟ ਨੇ ਬੋਲੇ ਨੇ। ਭੋਸਿਓ ਨਾਮ ਦੇ ਨਗਰ ਵਿੱਚ ਰਹਿਣ ਵਾਲੇ ਬਾਬਾ ਬਘੇਲ ਸਿੰਘ ਤੇ ਬਾਬਾ ਅਮਰ ਸਿੰਘ, ਉਹਨਾਂ ਦੋ ਸਿੰਘਾਂ ਨੂੰ ਜਾ ਕੇ ਇਹਨਾਂ ਸਿੰਘਾਂ ਨੇ ਵਿਥਿਆ ਦੱਸੀ। ਬਘੇਲ ਸਿੰਘ ਹਰਾ ਨੇ ਉਹ ਘੋੜੀਆਂ ਜਿਹੜੀਆਂ ਸਨ ਉੱਥੋਂ ਲਿਜਾ ਕੇ ਅੱਗੇ ਲਖਬੀਰ ਸਿੰਘ ਨੂੰ ਦੇ ਦਿੱਤੀਆਂ ਅਤੇ ਲਖਬੀਰ ਸਿੰਘ ਨੇ ਲਿਜਾ ਕੇ ਮਾਲਵੇ ਦੇ ਇਲਾਕੇ ਵੇਚ ਕੇ ਤੇ ਜਿਹੜੀ ਮਾਇਆ ਸੀ ਉਹ ਲਿਆ ਕੇ ਬਾਬਾ ਤਾਰਾ ਸਿੰਘ ਦੇ ਡੇਰੇ ਲੰਗਰ 'ਚ ਪਾ ਦਿੱਤੀ। ਸਾਹਿਬ ਰਾਏ ਨੇ ਖੋਜ ਕੀਤੀ, ਪੜਤਾਲ ਕੀਤੀ, ਉੱਥੇ ਆਣ ਪਹੁੰਚਿਆ ਜਿਸ ਜਗ੍ਹਾ 'ਤੇ ਬਾਬਾ ਤਾਰਾ ਸਿੰਘ ਨੇ ਤੇ ਆਖਦਾ ਕਿ ਚੋਰ ਜਿਹੜੇ ਤੇਰੇ ਪਾਸ ਨੇ ਤੇ ਮੇਰੇ ਹਵਾਲੇ ਕਰ ਦੇ, ਨਹੀਂ ਤਾਂ ਲਾਹੌਰ ਤੁਹਾਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾਏਗਾ। ਬਾਬਾ ਤਾਰਾ ਸਿੰਘ ਜੀ ਕਹਿੰਦੇ ਧਮਕੀ ਕਿਸੇ ਹੋਰ ਨੂੰ ਦੇਈ, ਅਸੀਂ ਮਰਨ ਤੋਂ ਨਹੀਂ ਡਰਦੇ ਤੇ ਤਿਆਰ ਬਰ ਤਿਆਰ ਰਹਿੰਦੇ ਹਾਂ। ਸਿੰਘਾਂ ਨੇ ਇਨਸਾਫ ਕੀਤਾ, ਤੇਰੀਆਂ ਘੋੜੀਆਂ ਉਹਨਾਂ ਚੋਰੀ ਨਹੀਂ ਕੀਤੀਆਂ, ਤੇਰੀਆਂ ਘੋੜੀਆਂ ਉਹਨਾਂ ਦੀ ਫਸਲ ਚਰਦੀਆਂ ਸਨ, ਉਹਨਾਂ ਜੋ ਕੀਤਾ ਸਹੀ ਕੀਤਾ। ਸਾਹਿਬ ਰਾਏ ਪੱਟੀ ਪਹੁੰਚਿਆ, ਜਾਫਰ ਬੇਗ ਨੂੰ ਚੜ੍ਹਾ ਕੇ ਲੈ ਕੇ ਆਇਆ। ਜਾਫਰ ਬੇਗ ਨੇ ਹਮਲਾ ਕੀਤਾ। ਅੰਮ੍ਰਿਤ ਵੇਲਾ ਨਿਤਨੇਮ ਕਰਨ ਤੋਂ ਬਾਅਦ ਬਘੇਲ ਸਿੰਘ ਜੰਗਲ ਪਾਣੀ ਨੂੰ ਗਏ। ਇਹਨੇ ਨੂੰ ਇਹਦੀਆਂ ਫੌਜਾਂ ਚੜ੍ਹ ਕੇ ਆ ਗਈਆਂ ਤੇ ਇਕੱਲਾ ਸਿੰਘ ਹੀ ਜੰਗ ਕਰਨ ਲਈ ਡਟ ਪਿਆ। ਜਦੋਂ ਗੋਲੀ ਬੰਦੂਕਾਂ ਦਾ ਖੜਾਕ ਹੋਇਆ ਤੇ ਬਾਬਾ ਤਾਰਾ ਸਿੰਘ ਜੀ ਨੂੰ ਪਤਾ ਲੱਗ ਗਿਆ ਤੇ ਤੁਰੰਤ ਹੀ ਉਹ ਸਿੰਘ ਲੈ ਕੇ ਜੰਗ ਵਿੱਚ ਪਹੁੰਚ ਗਏ। ਜਾਫਰ ਬੇਗ ਦਾ ਭਤੀਜਾ ਮਾਰਿਆ ਗਿਆ, ਦੋ ਭਰਾ ਮਾਰੇ ਗਏ। ਮੈਦਾਨੇ ਜੰਗ ਨੂੰ ਛੱਡ ਕੇ ਤੇ ਲਾਹੌਰ ਵੱਲ ਉਹਨੇ ਆਪਣਾ ਮੂੰਹ ਕਰ ਲਿਆ। ਬਾਬਾ ਜੀ ਨੂੰ ਵੀ ਪਤਾ ਲੱਗ ਗਿਆ। ਇਹਨਾਂ ਨੇ ਵੀ ਚਿੱਠੇ ਭੇਜ ਕੇ ਸਿੰਘਾਂ ਨੂੰ ਆਪਣੇ ਪਾਸ ਸੱਦ ਲਿਆ। ਤਿਆਰ ਬਰ ਤਿਆਰ ਹੋ ਗਏ ਜੰਗ ਕਰਨ ਵਾਸਤੇ। ਸੋ ਆਓ ਅਗਲਾ ਪ੍ਰਕਰਨ ਸਰਵਣ ਕਰੀਏ, ਮਨ ਬਿਰਥੀਆਂ ਇਕਾਗਰ ਕਰਨ ਵਾਸਤੇ। ਸਰਬੱਤ ਸੰਗਤਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਕੇ ਜਿਤਨੇ ਵੀ ਸਿੰਘ ਸਨ ਜੋ ਬਾਬਾ ਤਾਰਾ ਸਿੰਘ ਜੀ ਦੇ ਪਾਸ ਅਕਸਰ ਆਉਂਦੇ ਜਾਂਦੇ, ਉਹਨਾਂ ਦੇ ਸੰਗੀ ਸਨ। ਚਿੱਠੀਆਂ ਭੇਜ ਕੇ ਉਹਨਾਂ ਨੂੰ ਆਪਣੇ ਪਾਸ ਬੁਲਾ ਲਿਆ ਤੇ ਸਾਰੇ ਸਿੰਘ ਡਲਵਾ ਨਗਰ ਵਿੱਚ ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਦੀ ਆਸ ਹਿਰਦੇ ਵਿੱਚ ਧਾਰਨ ਕਰਕੇ ਇਕੱਤਰ ਹੋ ਗਏ। ਸ਼ਹਾਦਤ ਪ੍ਰਾਪਤ ਕਰਨ ਵਾਸਤੇ ਤਿਆਰ ਬਰ ਤਿਆਰ ਹੋ ਗਏ ਹਨ। ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ, ਸਰਬਲੋਹ ਦੀ ਬਾਣੀ ਪ੍ਰੇਮ ਨਾਲ ਪੜ੍ਹਦੇ ਨੇ ਤੇ ਹਿਰਦੇ ਦੇ ਵਿੱਚ ਆਸ ਹੈ ਕਿ ਸਤਿਗੁਰੂ ਕਿਰਪਾ ਕਰਨ, ਸਾਡਾ ਕਾਰਜ ਫਤਿਹ ਹੋ ਜਾਏ। ਭਾਈ ਰਤਨ ਸਿੰਘ ਜੀ ਫਰਮਾਨ ਕਰਦੇ ਹਨ ਕਿ ਹੁਣ ਗੱਲ ਫਿਰ ਤੁਰਕਾਂ ਵਾਲੇ ਪਾਸੇ ਆ ਗਈ। ਹੇ ਸੰਤ ਜਨੋ, ਗੁਰਮੁਖ ਭਾਈ ਜਨੋ, ਪ੍ਰੇਮ ਸਹਿਤ ਗੁਰੂ ਕੇ ਪੰਥ ਦਾ ਇਤਿਹਾਸ ਸੁਣੋ। ਜਾਫਰ ਬੇਗ ਜੋ ਪੱਟੀ ਦਾ ਨਵਾਬ ਸੀਗਾ, ਇੱਧਰੋਂ ਸਿੰਘਾਂ ਕੋਲੋਂ ਮਾਰ ਖਾ ਕੇ ਤੇ ਜੰਗ ਵਿੱਚੋਂ ਹਾਰ ਕੇ ਜਦੋਂ ਲਾਹੌਰ ਨੂੰ ਚਲਾ ਗਿਆ, ਲਾਹੌਰ ਦਾ ਜਿਹੜਾ ਨਵਾਬ ਜ਼ਕਰੀਆ ਖਾਨ ਸੀ ਤੇ ਉਹਦੇ ਪਾਸ ਜਾ ਕੇ ਇਹਨੇ ਆਪਣਾ ਸਾਰਾ ਹਾਲ ਦਿਖਾਇਆ ਹੈ। ਜਾਫਰ ਬੇਗ ਦੇ ਹਾਲਾਤ ਵੇਖ ਕੇ ਜ਼ਕਰੀਆ ਖਾਨ ਨੂੰ ਅੱਗ ਲੱਗ ਗਈ ਹੈ। ਇਸ ਤਰ੍ਹਾਂ ਜਾਣ ਲਓ ਕਿ ਜਿਵੇਂ ਸੁੱਤਾ ਹੋਇਆ ਸ਼ੇਰ ਉੱਠ ਪਿਆ। ਜਾਫਰ ਬੇਗ ਦੇ ਹਾਲਾਤ ਵੇਖ ਕੇ ਉਹਦੇ ਮਨ ਤੇ ਤਨ ਵਿੱਚ ਅੱਗ ਲੱਗ ਗਈ, ਗੁੱਸੇ ਨਾਲ ਭਰ ਗਿਆ ਹੈ। ਜਾਫਰ ਬੇਗ ਜਿਉਂ-ਜਿਉਂ ਸਿੰਘਾਂ ਦੇ ਨਾਮ ਸੁਣਾਉਂਦਾ ਨਾ ਵੀ ਇਹਨਾਂ ਸਿੰਘਾਂ ਨੇ ਸਾਨੂੰ ਮਾਰਿਆ ਹੈ, ਇਸ ਤਰ੍ਹਾਂ ਜਿਵੇਂ ਬਲਦੀ ਹੋਈ ਅੱਗ ਵਿੱਚ ਕੋਈ ਬਰੂਦ ਪਾ ਦੇ ਨਾ, ਜਿਉਂ-ਜਿਉਂ ਜਾਫਰ ਬੇਗ ਸਿੰਘਾਂ ਦੇ ਨਾਮ ਸੁਣਾਉਂਦਾ ਤਿਉਂ-ਤਿਉਂ ਨੂੰ ਅੱਗ ਲੱਗਦੀ ਹੈ। ਇਸ ਤਰ੍ਹਾਂ ਜਾਣੋ ਕਿ ਜਿਵੇਂ ਬਲਦੀ ਅੱਗ ਵਿੱਚ ਕੋਈ ਬਰੂਦ ਪਾਉਂਦਾ ਹੋਵੇ।
ਆ ਜ਼ਕਰੀਆ ਖਾਨ ਕਹਿਣ ਲੱਗਾ ਸਿੰਘ ਕਿੱਥੋਂ ਆ ਗਏ, ਅਸੀਂ ਤਾਂ ਕੋਈ ਸਿੰਘ ਜਿਉਂਦਾ ਨਹੀਂ ਛੱਡਿਆ। ਤੇ ਹੋਇਆ ਵੀ ਇਸੇ ਤਰ੍ਹਾਂ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਸਕੰਜਾ ਕੱਸ ਦਿੱਤਾ ਸੀ ਸਿੰਘਾਂ ਤੇ। ਨਗਰਾਂ ਪਿੰਡਾਂ ਸ਼ਹਿਰਾਂ ਵਿੱਚ ਜਿੱਥੇ ਸਿੰਘ ਮਿਲਣੇ ਸ਼ਹੀਦ ਕਰ ਲੈਣੇ, ਗ੍ਰਿਫਤਾਰ ਕਰ ਦੇਣੇ। ਬੜਾ ਭੀੜਾ ਤੇ ਔਖਾ ਸਮਾਂ ਉਸ ਸਮੇਂ ਸਿੰਘਾਂ ਪਾਸ ਬਣਿਆ ਹੋਇਆ ਸੀਗਾ। ਤੇ ਹੁਣ ਜ਼ਕਰੀਆ ਖਾਂ ਕਹਿੰਦਾ ਅਸੀਂ ਤਾਂ ਸਿੰਘ ਕੋਈ ਜਿਉਂਦਾ ਨਹੀਂ ਛੱਡਿਆ, ਤੇ ਇਹ ਸਿੰਘ ਕਿੱਥੋਂ ਆ ਗਏ ਹਨ। ਇਹ ਨਵੀਂ ਬਲਾ ਹੁਣ ਕਿੱਥੋਂ ਉੱਠ ਕੇ ਖਲੋ ਗਈ ਹੈ, ਕਿੱਥੋਂ ਆਏ ਹਨ। ਅਸੀਂ ਨਾ ਸਿੰਘਾਂ ਨੂੰ ਮਾਰਦਿਆਂ ਨਾ ਥੱਕ ਚੁੱਕੇ ਹਾਂ। ਇਹ ਅੱਗੋਂ ਵੱਧਦੇ ਹੀ ਜਾਂਦੇ ਨੇ। ਕਿੰਨੇ ਕੁ ਸਿੰਘ ਮਾਰਾਂਗੇ, ਕਿੰਨੇ ਕੁ ਸਿੰਘਾਂ ਦਾ ਖਾਤਮਾ ਕਰਾਂਗੇ। ਜਿੰਨੇ ਕੁ ਮਾਰਦੇ ਆ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਫੇਰੇ ਵੱਧ ਆਉਂਦੇ ਹਨ। ਕੋਲ ਇੱਕ ਕਾਜੀ ਖਲੋਤਾ ਹੋਇਆ ਸੀਗਾ। ਉਸ ਝੂਠੇ ਕਾਜੀ ਨੇ ਜ਼ਕਰੀਆ ਖਾਨ ਦੇ ਕੋਲ ਇੱਕ ਤੁਹਮਤ ਲਾਈ ਹੈ। ਆਖਣ ਲੱਗਾ ਕਿ ਖਾਨ ਬਹਾਦਰ ਤੈਨੂੰ ਇਹਦੀ ਬਹੁਤੀ ਖਬਰ ਨਹੀਂ ਸਿੰਘਾਂ ਦੀ, ਤੈਨੂੰ ਹਲੇ ਪਤਾ ਨਹੀਂ ਵੀ ਇਹ ਸਿੰਘ ਕੀ ਬਲਾ ਹਨ। ਜਿੰਨੀਆਂ ਕ ਲਹੂ ਦੀਆਂ ਬੂੰਦਾਂ ਸਿੰਘਾਂ ਦੀਆਂ ਧਰਤੀ ਤੇ ਡਿੱਗਦੀਆਂ ਨੇ ਨਾ, ਅਸੀਂ ਇਹਨਾਂ ਨੂੰ ਸ਼ਹੀਦ ਕਰਦੇ ਹਾਂ, ਉਹਨਾਂ ਦੇ ਸਰੀਰ ਦਾ ਲਹੂ ਜਿਹੜਾ ਧਰਤੀ ਤੇ ਡਿੱਗਦਾ ਹੈ, ਜਿੰਨੀਆਂ ਲਹੂ ਦੀਆਂ ਬੂੰਦਾਂ ਉਹਨਾਂ ਦੀਆਂ ਡਿੱਗਦੀਆਂ, ਇੰਨੇ ਕੁ ਸਿੰਘ ਫਿਰ ਹੋਰ ਪੈਦਾ ਹੋ ਜਾਂਦੇ ਹਨ। ਇਹਨਾਂ ਦੇ ਤਾਂ ਰਕਤ ਬੀਜ ਹਨ, ਰਕਤ ਬੀਜ ਜਿਨ੍ਹਾਂ ਦੇ ਲਹੂ ਦੇ ਵਿੱਚੋਂ ਵੀ ਸਿੰਘ ਉਤਪੰਨ ਹੋ ਜਾਂਦੇ ਹਨ। ਕਾਜੀ ਹੁਣ ਇਹ ਚਾਹੁੰਦਾ ਸੀ, ਇਹ ਸੱਤ ਵੀ ਹੈ, ਜਦੋਂ ਸ਼ਹੀਦ ਦਾ ਲਹੂ ਧਰਤੀ ਤੇ ਡੁੱਲਦਾ ਨਾ, ਤੇ ਜਿੰਨੀਆਂ ਬੂੰਦਾਂ ਡਿੱਗਦੀਆਂ ਓਨੀਆਂ ਫੌਜਾਂ ਹੋਰ ਪ੍ਰਗਟ ਹੋ ਜਾਂਦੀਆਂ ਨੇ। ਜਿੱਥੇ ਜਿੱਥੇ ਸ਼ਹੀਦਾਂ ਦਾ ਲਹੂ ਡੁੱਲਦਾ ਹੈ, ਉੱਥੇ ਉੱਥੇ ਹੋਰ ਯੋਧੇ ਪ੍ਰਗਟ ਹੋ ਜਾਂਦੇ ਨੇ। ਇਸ ਕਰਕੇ ਗੁਰਮੁਖੋ ਕਾਜੀ ਆਖਣ ਲੱਗਾ ਇਸ ਤਰ੍ਹਾਂ ਕਰੋ। ਕਾਜੀ ਚਾਹੁੰਦਾ ਸੀਗਾ ਵੀ ਸਿੰਘਾਂ ਨੂੰ ਨਾ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਏ, ਵੱਧ ਤੋਂ ਵੱਧ ਦੁੱਖ ਦਿੱਤਾ ਜਾਏ। ਕਹਿੰਦਾ ਨਵਾਬ ਜੀ ਇਸ ਤਰ੍ਹਾਂ ਕਰੋ ਕਿ ਸਿੰਘਾਂ ਨੂੰ ਫੜ ਕੇ ਨਾ ਇੱਥੇ ਮੰਗਾ ਲਓ, ਤੇ ਜਿਹੜੀਆਂ ਆ ਮੂੰਗਲੀਆਂ ਹੁੰਦੀਆਂ ਨੇ ਨਾ, ਤੇ ਇਹਨਾਂ ਮੂੰਗਲੀਆਂ ਦੇ ਨਾਲ ਨਾ ਸਿੰਘਾਂ ਨੂੰ ਕਟਵਾਓ, ਇਹਨਾਂ ਦੇ ਹੱਡ ਤੋੜੋ। ਕਿਤੇ ਸ਼ਸਤਰ ਨਾਲ ਸਿਰ ਲਾ ਦੇਣਾ ਤੇ ਵੱਖਰੀ ਚੀਜ਼ ਆ ਵੀ ਇੱਕ ਵਾਰੀ ਝਟਕਾ ਹੋ ਗਿਆ ਤੇ ਨਾਲ ਹੀ ਪ੍ਰਾਣ ਨਿਕਲ ਗਏ, ਤੇ ਕਿਤੇ ਮੂੰਗਲੀਆਂ ਦੇ ਨਾਲ ਹੱਡ ਤੋੜਨੇ, ਪੈਰ ਤੋੜਨੇ, ਲੱਤਾਂ ਤੋੜਨੀਆਂ, ਵੀ ਇਹਨਾਂ ਨੂੰ ਇਸ ਤਰ੍ਹਾਂ ਮੂੰਗਲੀਆਂ ਨਾਲ ਮਾਰ ਮਾਰ ਕੇ ਨਾ ਖਤਮ ਕਰ ਦਿਓ। ਇਹਨਾਂ ਦੇ ਸਰੀਰ ਦਾ ਲਹੂ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ। ਇਸ ਤਰੀਕੇ ਨਾਲ ਜਦੋਂ ਮੂੰਗਲੀਆਂ ਨਾਲ ਮਾਰ ਮਾਰ ਕੇ ਸਿੰਘਾਂ ਨੂੰ ਖਤਮ ਕਰ ਦਿਆਂਗੇ, ਤੇ ਉਹਨਾਂ ਦਾ ਰਕਤ ਲਹੂ ਵੀ ਧਰਤੀ ਤੇ ਨਹੀਂ ਡਿੱਗੇਗਾ, ਤੇ ਸਿੰਘ ਜਿਹੜੇ ਨੇ ਹੋਰ ਉਤਪੰਨ ਨਹੀਂ ਹੋਣਗੇ। ਇਹ ਬਚਨ ਸੁਣ ਕੇ ਇੱਕ ਸਿਪਾਹੀ ਨੇ ਨਾ ਫਿਰ ਉਸ ਕਾਜੀ ਨੂੰ ਜਵਾਬ ਦਿੱਤਾ ਹੈ। ਆਖਣ ਲੱਗਾ ਖਾਨ ਬਹਾਦਰ ਜੀ, ਇਹ ਕਾਜੀ ਨਾ ਜਿਹੜੀ ਗੱਲ ਕਹਿੰਦਾ ਵੀ ਸਹੀ ਕਹਿੰਦਾ ਹੈ, ਪਰ ਤੁਸੀਂ ਇੱਕ ਕਿਰਪਾ ਜ਼ਰੂਰ ਕਰ ਦਿਓ ਵੀ ਇਹ ਜਿੰਨੀ ਵੱਡੀ ਗੱਲ ਕਹਿ ਰਿਹਾ ਨਾ, ਇਹਨੂੰ ਨਾ ਸਭ ਤੋਂ ਮੂਹਰੇ ਇਹਨੂੰ ਹੀ ਲਾਓ। ਇਹਨੂੰ ਜ਼ਿਆਦਾ ਪਤਾ ਹੈ ਸਿੰਘਾਂ ਦਾ, ਵੀ ਉਹਨਾਂ ਦੇ ਲਹੂ ਦੀ ਇੱਕ ਇੱਕ ਬੂੰਦ ਵਿੱਚੋਂ ਹੋਰ ਸਿੰਘ ਪੈਦਾ ਹੁੰਦੇ ਨੇ, ਵੀ ਇਹਨੂੰ ਮੂਹਰੇ ਲਾਓ। ਇਹ ਸਾਡੇ ਮੂਹਰੇ ਮੂਹਰੇ ਜਾਏਗਾ ਤੇ ਅਸੀਂ ਇਹਦੇ ਪਿੱਛੇ ਜਾਵਾਂਗੇ। ਤੇ ਇਹ ਕਹਿੰਦਾ ਵੀ ਸਿੰਘਾਂ ਨੂੰ ਫੜ ਕੇ ਇੱਥੇ ਲਿਆਈਏ, ਇਹਨੂੰ ਮੂਹਰੇ ਲਾਓ ਵੀ ਇਹ ਸਿੰਘਾਂ ਨੂੰ ਫੜ ਕੇ ਲਿਆਵੇ। ਹੁਣ ਹੱਥ ਕੌਣ ਪਾਏ ਸ਼ੇਰ ਦੇ ਜਬਾੜੇ ਵਿੱਚ? ਇੱਕ ਬਾਜ ਹੀ ਹੈ। ਜਦੋਂ ਜਾਨਵਰ ਸ਼ੇਰ ਕਹਿੰਦੇ ਮੂੰਹ ਖੋਲਦਾ ਹੈ ਨਾ, ਤੇ ਉਹਦੇ ਜਬਾੜੇ ਵਿੱਚੋਂ ਵੀ ਮਾਸ ਕੱਢ ਕੇ ਲੈ ਜਾਂਦਾ। ਹੋਰ ਕਿਸੇ ਦੀ ਹਿੰਮਤ ਨਹੀਂ ਕਿ ਉਹਦੇ ਜਬਾੜੇ ਵਿੱਚ ਹੱਥ ਕੋਈ ਪਾ ਸਕੇ। ਸ਼ੇਰ ਨੂੰ ਕੌਣ ਪਕੜ ਸਕਦਾ ਹੈ? ਬਾਜ ਜਈ ਫੁਰਤੀ ਤੇ ਉੱਚੀ ਉਡਾਰੀ, ਤੇ ਸ਼ੇਰ ਜਈ ਦਲੇਰੀ ਗੁਰੂ ਕੇ ਖਾਲਸੇ ਦੇ ਵਿੱਚ ਹੈ, ਤੇ ਉਹਨਾਂ ਨੂੰ ਫੜਨਾ ਕਿਸੇ ਦੇ ਵੱਸ ਦੀ ਗੱਲ ਥੋੜ੍ਹਾ ਹੈ। ਇਸ ਕਰਕੇ ਸਾਧ ਸੰਗਤ ਜੀ, ਭਾਈ ਰਤਨ ਸਿੰਘ ਜੀ ਕਹਿੰਦੇ ਵੀ ਉਹ ਸਿਪਾਹੀ ਕਹਿਣ ਲੱਗਾ, ਲਿਆਏਗਾ ਸਿੰਘਨ ਯਹ ਫੜਵਾਏ, ਵੀ ਇਹ ਸਿੰਘਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਰਦਾ, ਵੀ ਇਹਨੂੰ ਮੂਹਰੇ ਲਾ ਦਿਓ ਤੇ ਇਹ ਸਿੰਘਾਂ ਨੂੰ ਫੜਾ ਕੇ ਗ੍ਰਿਫਤਾਰ ਕਰਾ ਕੇ ਤੁਹਾਡੇ ਪਾਸ ਲੈ ਕੇ ਆਵੇਗਾ।
ਕਾਰਨ ਇਹ ਹੈ ਕਿ ਅਸਲ ਵਿੱਚ ਇਸ ਕਾਜੀ ਨੇ ਸਿੰਘਾਂ ਦੇ ਹਲੇ ਹੱਥ ਨਹੀਂ ਵੇਖੇ, ਕਿਉਂਕਿ ਉਹ ਸਿਪਾਹੀ ਨੂੰ ਤਾਂ ਹੱਥ ਲੱਗੇ ਹੋਣੇ ਨਾ, ਕਦੇ ਸਿੰਘਾਂ ਦੇ ਕਿਤੇ 2 ਹੱਥ ਹੋਏ ਹੋਣੇ ਨੇ ਤੇ ਪਤਾ ਹੋਏਗਾ ਵੀ ਕਿਹੋ ਜਿਹੀਆਂ ਉੱਥੇ ਡਾਂਗਾ ਪੈਂਦੀਆਂ ਨੇ। ਇਸ ਕਰਕੇ ਕਹਿੰਦਾ ਵੀ ਇਸ ਕਾਜੀ ਨੂੰ ਇੱਕ ਰੱਤੀ ਮਾਤਰ ਕਿਸੇ ਗੱਲ ਦਾ ਇਲਮ ਨਹੀਂ ਹੈ। ਇਹ ਤੁਹਾਡੇ ਕੋਲ ਆਉਂਦਾ ਹੈ, ਇੱਥੇ ਆਪਣਾ ਫਤਵਾ ਜਿਹਾ ਸੁਣਾ ਕੇ ਘਰ ਜਾ ਕੇ ਟੱਬਰ 'ਚ ਬਹਿ ਜਾਂਦਾ, ਪਰਿਵਾਰ 'ਚ ਬਹਿ ਜਾਂਦਾ ਹੈ। ਲੜਨਾ ਤਾਂ ਅਸੀਂ ਹੈ ਨਾ। ਇਹ ਤਾਂ ਹੁਣ ਤੁਹਾਨੂੰ ਕਹੀ ਜਾਂਦਾ ਵੀ ਅਸੀਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆਈਏ ਤੇ ਅਸੀਂ ਉਹਨਾਂ ਕੋਲ ਮਾਰ ਥੋੜਾ ਖਾਣੀ ਹੈ। ਇਹਨੇ ਜਾ ਕੇ ਟੱਬਰ 'ਚ ਬਹਿ ਜਾਣਾ, ਡਾਂਗਾ ਸਾਨੂੰ ਪੈਣੀਆਂ ਨੇ। ਇਸ ਕਰਕੇ ਤੁਸੀਂ ਕਿਰਪਾ ਕਰੋ ਵੀ ਇਹਨੂੰ ਮੇਰੇ ਨਾਲ ਮੂਹਰੇ ਲਾ ਦਿਓ ਤੇ ਇਹ ਜਾ ਕੇ ਸਿੰਘਾਂ ਨੂੰ ਆਪੇ ਗ੍ਰਿਫਤਾਰ ਕਰੇਗਾ। ਸਾਧ ਸੰਗਤ ਜੀ, ਸਿਪਾਹੀ ਨੇ ਜਦੋਂ ਇੰਨੇ ਬਚਨ ਕਹੇ ਤੇ ਇਸ ਤਰ੍ਹਾਂ ਜਾਣੋ ਵੀ ਜਿਵੇਂ ਕਾਜੀ ਦੇ ਸਿਰ ਤੇ ਪਾਣੀ ਪੈ ਗਿਆ ਹੋਵੇ। ਸਿੰਘਾਂ ਦੀ ਅਜਿਹੀ ਬਹਾਦਰੀ ਸੁਣ ਕੇ ਤੇ ਉਹ ਕਾਜੀ ਬੋਲਣ ਜੋਗਾ ਨਹੀਂ ਬਚਿਆ। ਫਿਰ ਜਿਹੜਾ ਨਵਾਬ ਸੀ ਉਹਨੇ ਅੱਗੋਂ ਅਜਿਹੇ ਬਚਨ ਸੁਣਾਏ ਹਨ। ਸਾਧ ਸੰਗਤ ਜੀ, ਨਵਾਬ ਜਿਹੜਾ ਸੀ ਜ਼ਕਰੀਆ ਖਾਂ, ਉਹ ਕਹਿਣ ਲੱਗਾ ਵੀ ਜਾਓ ਭਾਈ, ਜਾ ਕੇ ਨਾ ਸਿੰਘਾਂ ਨੂੰ ਮਾਰ ਦਿਓ। ਮੇਰੀ ਫੌਜ ਦੇ ਵਿੱਚ, ਮੇਰੇ ਦਰਬਾਰ ਵਿੱਚ ਹੈ ਕੋਈ ਇਹੋ ਜਿਹਾ ਵੱਡਾ ਬਹਾਦਰ ਜਿਹੜਾ ਸਿੰਘਾਂ ਨਾਲ ਜਾ ਕੇ ਲੋਹਾ ਲਵੇ, ਜਿਹੜਾ ਜਾ ਕੇ ਸਿੰਘਾਂ ਨੂੰ ਘੇਰਾ ਪਾ ਕੇ ਮੈਦਾਨੇ ਜੰਗ ਵਿੱਚ ਮਾਰ ਦੇ, ਉਹਨਾਂ ਦਾ ਨਾਸ਼ ਕਰ ਦੇਵੇ। ਦੀਨ ਮਜਬ ਦਾ ਯੁੱਧ ਹੈ। ਸਿੰਘਾਂ ਨੇ ਆ ਜਾਫਰ ਬੇਗ ਨੂੰ ਮਾਰ ਕੇ ਉੱਥੋਂ ਭਜਾਇਆ ਹੈ ਤੇ ਹੁਣ ਇਹ ਦੀਨ ਮਜਬ ਦਾ ਯੁੱਧ ਹੈ ਕੋਈ ਜਿਹੜਾ ਜਾ ਕੇ ਜਫਰ ਬੇਗ ਦਾ ਬਦਲਾ ਲੈ ਲਵੇ। ਇਹੋ ਜਿਹਾ ਕੋਈ ਯੋਧਾ ਹੋਵੇ ਜਿਹੜਾ ਸਿੰਘਾਂ ਨੂੰ ਨਾ ਲੁਕਣ ਦੇਵੇ ਤੇ ਨਾ ਨੱਠਣ ਦੇਵੇ, ਤੁਰੰਤ ਜਾ ਕੇ ਘੇਰਾ ਪਾ ਕੇ ਉਹਨਾਂ ਦਾ ਖਾਤਮਾ ਕਰ ਦੇਵੇ। ਨਵਾਬ ਕਹਿੰਦਾ ਹੈ ਕਿ ਹਜ਼ਾਰਾਂ ਝੂਠੀਆਂ ਕਸਮਾਂ ਖਾ ਕੇ ਜੇ ਇਹਨਾਂ ਨੂੰ ਮਾਰ ਦਿੱਤਾ ਜਾਏ ਤੇ ਭਲੀ ਗੱਲ ਹੈ, ਚੰਗੀ ਗੱਲ ਹੈ। ਸਾਡੇ ਰਸੂਲ ਨੇ ਵੀ ਇਹ ਗੱਲ ਦੱਸੀ ਹੈ ਕਿ ਜੇ ਕਾਫਰ ਨੂੰ ਹਜ਼ਾਰਾਂ ਝੂਠੀਆਂ ਕਸਮਾਂ ਖਾ ਕੇ ਵੀ ਮਾਰਨਾ ਪਏ ਤੇ ਮਾਰ ਦੇਣਾ ਚਾਹੀਦਾ ਹੈ। ਮੋਮਨ ਖਾਂ ਬੈਠਾ ਹੋਇਆ ਸੀ ਸਭਾ ਵਿੱਚ। ਆਖਿਆ, ਖਾਨ ਬਹਾਦਰ, ਮੈਂ ਜਾਵਾਂਗਾ, ਜਾ ਕੇ ਸਿੰਘਾਂ ਦੇ ਨਾਲ ਮੈਂ ਮੁਕਾਬਲਾ ਕਰਾਂਗਾ। ਤੇ ਹੁਣ ਸਿੰਘ ਗਿਣਤੀ 'ਚ 22 ਸਨ ਤੇ ਮੋਮਨ ਖਾਨ ਤਿਆਰ ਹੋ ਗਿਆ ਮੈਦਾਨੇ ਜੰਗ ਵਿੱਚ ਜਾਣ ਵਾਸਤੇ। ਕਿੰਨੇ ਉਹਨੇ ਨਾਲ ਸਿਪਾਹੀ ਲਏ? 2200 ਸਵਾਰ ਲੈ ਲਏ ਆਪਣੇ ਨਾਲ। ਇੱਧਰ 22 ਸਿੰਘ ਸਨ, ਉਧਰ 2200 ਸਵਾਰ ਸਨ। ਮੋਮਨ ਖਾਨ ਨੇ 2200 ਸਵਾਰਾਂ ਦੀ ਫੌਜ ਲੈ ਲਈ ਤੇ ਇਸ ਤਰ੍ਹਾਂ ਡਲਵਾ ਨਗਰ ਨੂੰ ਚੱਲ ਪਿਆ। ਇਸੇ ਪ੍ਰਕਾਰ 40 ਜਿਹੜੇ ਜੰਬੂਰੇ ਲੈ ਲਏ, ਛੋਟੀਆਂ ਤੋਪਾਂ ਲੈ ਲਈਆਂ ਤੇ ਫੀਲ 5, ਫੀਲ ਨਾਮ ਹਾਥੀ ਦਾ, 5 ਹਾਥੀ ਆਪਣੇ ਨਾਲ ਲੈ ਲਏ ਤੇ 4 ਜਿਹੜੇ ਰੈਕਲੇ ਸਨ ਉਹ ਲੈ ਲਏ। ਲੰਬੀ ਨਾਲੀ ਵਾਲੀਆਂ ਜਿਹੜੀਆਂ ਬੰਦੂਕਾਂ ਨੇ ਉਹ ਲੈ ਲਈਆਂ ਹਨ। ਇਸ ਤਰ੍ਹਾਂ ਤਿਆਰ ਹੋ ਗਏ ਤੇ ਫਿਰ ਨਕੀਬ ਆ ਗਿਆ, ਆਵਾਜ਼ ਦੇਣ ਵਾਲਾ ਵੀ ਸਾਰੀਆਂ ਫੌਜਾਂ ਤਿਆਰ ਹੋ ਜਾਓ, ਜੰਗ ਵਾਸਤੇ ਜਾਣਾ ਹੈ। ਨਕੀਬ ਨੇ ਆਵਾਜ਼ ਦਿੱਤੀ ਤੇ ਫੌਜਾਂ ਤਿਆਰ ਹੋ ਗਈਆਂ ਹਨ। ਛਾਉਣੀ ਦੇ ਵਿੱਚੋਂ ਜਾ ਕੇ ਤੇ ਫੌਜਾਂ ਨੇ ਲਾਹੌਰ ਤੋਂ ਬਾਹਰ ਜਾ ਕੇ ਆਪਣਾ ਡੇਰਾ ਪਾ ਲਿਆ। ਜਿਹੜੇ ਲਾਹੌਰ ਦੇ ਰਹਿਣ ਵਾਲੇ ਸਿੰਘ ਸਨ ਉਹਨਾਂ ਨੇ ਇਹ ਖਬਰ ਸੁਣ ਲਈ ਕਿ ਫੌਜ ਚੜ੍ਹ ਕੇ ਭਾਈ ਤਾਰਾ ਸਿੰਘ ਵੱਲ ਜਾ ਰਹੀ ਹੈ। ਇਹ ਸਾਰੀ ਫੌਜ ਤਾਰਾ ਸਿੰਘ ਲਈ ਤਿਆਰ ਹੋਈ ਹੈ, ਉਹਨਾਂ ਨੂੰ ਮਾਰਨ ਵਾਸਤੇ, ਸਿੰਘਾਂ ਨੂੰ ਸ਼ਹੀਦ ਕਰਨ ਵਾਸਤੇ। ਉਹਨਾਂ ਸਿੰਘਾਂ ਨੇ ਔਖਾ ਸੌਖਾ ਆਪਣਾ ਸਾਰਾ ਦਿਨ ਬਤੀਤ ਕੀਤਾ ਹੈ। ਜਦੋਂ ਰਾਤ ਦਾ ਸਮਾਂ ਹੋ ਗਿਆ ਤੇ ਸਿੰਘਾਂ ਨੇ ਵਿਚਾਰ ਕੀਤੀ ਵੀ ਜਾ ਕੇ ਖਬਰ ਦੇ ਦਿੱਤੀ ਜਾਏ ਰਾਤੋਂ ਰਾਤ ਬਾਬਾ ਤਾਰਾ ਸਿੰਘ ਨੂੰ ਕਿ ਤੁਹਾਡੇ ਸਿਰ ਉੱਪਰ ਤੁਰਕ ਚੜ੍ਹ ਕੇ ਆ ਰਹੇ ਹਨ। ਇਸ ਤਰ੍ਹਾਂ ਜਿਹੜਾ ਇੱਕ ਸਿੰਘ ਸੀ ਦਿਨ ਬਤੀਤ ਕੀਤਾ। ਜਦੋਂ ਰਾਤ ਹੋਣ ਲੱਗ ਪਈ ਤੇ ਘੋੜੇ ਤੇ ਸਵਾਰ ਹੋ ਕੇ ਡਲਵਾ ਨਗਰ ਨੂੰ ਚੱਲ ਪਿਆ। ਲਾਹੌਰ ਤੋਂ ਕਰੀਬਨ 12 ਤੋਂ 15 ਕੁ ਮੀਲ ਪੈਂਦਾ ਸੀਗਾ ਡਲਵਾ ਨਗਰ ਜਿਹੜਾ ਸੀਗਾ। ਤੇ ਇਸ ਪ੍ਰਕਾਰ ਉਹ ਸਿੰਘ ਰਾਤੋਂ ਰਾਤ ਜਾ ਪਹੁੰਚਿਆ ਤੇ ਜਾ ਕੇ ਬਾਬਾ ਤਾਰਾ ਸਿੰਘ ਜੀ ਨੂੰ ਫਤਿਹ ਬੁਲਾਈ ਹੈ।
ਬੇਨਤੀ ਕੀਤੀ ਹੱਥ ਜੋੜ ਕੇ, ਬਾਬਾ ਜੀ ਤੁਰਕਾਂ ਦੀ ਫੌਜ ਚੜ੍ਹ ਕੇ ਆ ਗਈ ਹੈ ਤੇ ਮੈਂ ਤੁਹਾਨੂੰ ਇੰਨੀ ਕੀ ਖਬਰ ਦੇਣ ਆਇਆ ਸੀ, ਮੈਂ ਹੁਣ ਲਾਹੌਰ ਨੂੰ ਵਾਪਸ ਮੁੜਨਾ ਹੈ ਤੇ ਹੋਰ ਬਚਨ ਨਹੀਂ ਕਰ ਸਕਦਾ ਕਿਉਂਕਿ ਮੇਰੇ ਪਾਸ ਸਮਾਂ ਕੋਈ ਨਹੀਂ। ਮੈਂ ਵਾਪਸ ਲਾਹੌਰ ਮੁੜਨਾ ਰਾਤੋਂ ਰਾਤ। ਮੈਂ ਚਾਹੁੰਦਾ ਵੀ ਸਵੇਰ ਹੋਣ ਤੋਂ ਪਹਿਲਾਂ ਮੈਂ ਆਪਣੇ ਘਰ ਪਹੁੰਚ ਜਾਵਾਂ। 15 ਕੋਹ ਦਾ ਜਿਹੜਾ ਰਸਤਾ ਪੈਂਦਾ ਮੇਰੀ ਘੋੜੀ ਜਿਹੜੀ 15 ਕੋਹ ਦਾ ਸਫ਼ਰ ਤੈਅ ਕਰਕੇ ਆਈ ਹੈ। ਹੁਣ 15 ਕੋਹ ਮੈਂ ਵਾਪਸ ਵੀ ਮੁੜਨਾ, ਪਿਛਾਂ ਨੂੰ ਵੀ ਜਾਣਾ ਹੈ ਤੇ ਇਸ ਪ੍ਰਕਾਰ ਜੇ ਤਾਂ ਮੈਂ ਰਾਤੋਂ ਰਾਤ ਲਾਹੌਰ ਪਹੁੰਚ ਗਿਆ ਤੇ ਬਚ ਜਾਵਾਂਗਾ, ਕਿਉਂਕਿ ਜੇ ਦਿਨੇ ਪਹੁੰਚਿਆ ਨਾ ਤੇ ਉਹਨਾਂ ਨੂੰ ਸ਼ੱਕ ਹੋ ਜਾਣਾ ਵੀ ਇਹ ਸਿੰਘ ਹੈ, ਵੀ ਕਿਤੇ ਖਬਰ ਦੇ ਕੇ ਆਇਆ ਹੋਣਾ, ਤੁਰਕ ਮੈਨੂੰ ਮਾਰ ਦੇਣਗੇ। ਇਸ ਕਰਕੇ ਮੈਂ ਚਾਹੁੰਦਾ ਵੀ ਸਵੇਰ ਹੋਣ ਤੋਂ ਪਹਿਲਾਂ, ਦਿਨ ਚੜ੍ਹਨ ਤੋਂ ਪਹਿਲਾਂ ਮੈਂ ਲਾਹੌਰ ਵਾਪਸ ਪਹੁੰਚ ਜਾਵਾਂ। ਉਹ ਸਿੰਘ ਕਹਿਣ ਲੱਗਾ ਬਾਬਾ ਜੀ ਨੂੰ, ਬਾਬਾ ਜੀ ਤੁਸੀਂ ਇੱਥੋਂ ਚਲੇ ਜਾਓ, ਕਿਤੇ ਜਾ ਕੇ ਲੁਕ ਛਿਪ ਜਾਓ, ਕਿਉਂਕਿ ਤੁਸੀਂ ਬਚਣਾ ਨਹੀਂ। ਬਹੁਤ ਭਾਰੀ ਫੌਜ ਤੁਹਾਡੇ ਤੇ ਚੜ੍ਹ ਕੇ ਆ ਰਹੀ ਹੈ ਤੇ ਤੁਹਾਡੀ ਗਿਣਤੀ ਬੜੀ ਥੋੜੀ, ਤੁਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਬਸ ਰਾਤ ਤੁਹਾਡੀ ਹੈ, ਅੱਜ ਦੀ ਰਾਤ। ਜੋ ਤੁਸੀਂ ਕਰ ਸਕਦੇ ਹੋ ਆਪਣਾ ਵਸੀਲਾ ਕਰ ਲਓ ਤੇ ਸਵੇਰ ਹੁੰਦਿਆਂ ਸਾਰ ਤੁਰਕਾਂ ਦੀ ਫੌਜ ਨੇ ਇੱਥੇ ਪਹੁੰਚ ਜਾਣਾ ਹੈ। ਅਜਿਹੇ ਬਚਨ ਕਹਿ ਕੇ ਉਹ ਸਿੰਘ ਲਾਹੌਰ ਨੂੰ ਵਾਪਸ ਮੁੜ ਗਿਆ ਹੈ। ਭਾਈ ਰਤਨ ਸਿੰਘ ਜੀ ਕਹਿੰਦੇ, ਗੁਰਸਿੱਖੋ ਸੁਣੋ, ਅੱਗੋਂ ਜੋ ਬਾਬਾ ਤਾਰਾ ਸਿੰਘ ਜੀ ਨੇ ਉਸ ਸਿੰਘ ਨੂੰ ਜਵਾਬ ਦਿੱਤਾ ਹੈ। ਜਦੋਂ ਤਾਰਾ ਸਿੰਘ ਜੀ ਨੇ ਸੁਣਿਆ ਕਿ ਫੌਜ ਆ ਰਹੀ ਹੈ ਤੇ ਮੁਖ ਤੇ ਲਾਲੀ ਆ ਗਈ। ਆਖਣ ਲੱਗੇ, ਸਿੰਘਾ ਭਲਾ ਕੀਤਾ, ਖਬਰ ਦੇਣ ਵਾਸਤੇ ਆ ਗਏ ਆ। ਅਸੀਂ ਤਾਂ ਆਪ ਆਪਣੀ ਦੇਹੀ ਆਪਣਾ ਸੀਸ ਤੁਰਕਾਂ ਦੇ ਸਿਰ ਲਾਣਾ ਚਾਹੁੰਦੇ ਹਾਂ। ਅਸੀਂ ਨਹੀਂ ਕਿਤੇ ਜਾ ਕੇ ਲੁਕਣਾ ਛਿਪਣਾ। ਇਹ ਤੁਹਾਡਾ ਭੁਲੇਖਾ ਹੈ ਕਿ ਅਸੀਂ ਜਿਉਂਦੇ ਨਹੀਂ ਬਚਾਂਗੇ, ਅਸੀਂ ਤਾਂ ਆਪ ਮਰਨਾ ਚਾਹੁੰਦੇ ਹਾਂ। ਸਾਡਾ ਮਨ ਹੈ ਕਿ ਅਸੀਂ ਇਸੇ ਜਗ੍ਹਾ ਤੇ ਲੜ ਕੇ ਤੇ ਸ਼ਹੀਦ ਹੋ ਜਾਈਏ। ਅਸੀਂ ਕਦਾਚਿਤ ਵੀ ਇੱਥੋਂ ਨੱਠ ਕੇ ਕਿਸੇ ਹੋਰ ਜਗ੍ਹਾ ਤੇ ਨਹੀਂ ਜਾਵਾਂਗੇ, ਨਾ ਹੀ ਕਿਸੇ ਝੱਲ ਦੀ ਜਾ ਕੇ ਓਟ ਲਵਾਂਗੇ। ਹੁਣ ਇੱਥੇ ਅਸੀਂ ਕਾਲ ਦੀ ਜਿਹੜੀ ਚੋਟ ਹੈ ਨਾ, ਉਹ ਆਪਣੇ ਸੀਸ ਤੇ ਸਹਾਂਗੇ, ਭਾਵ ਕਿ ਮੌਤ ਨੂੰ ਅਸੀਂ ਆਪ ਵਿਆਵਾਂਗੇ। ਸਾਡਾ ਬੜਾ ਚਾਅ ਹੈ ਕਿ ਸ਼ਹਾਦਤ ਦਾ ਜਾਮ ਪੀ ਲਈਏ। ਤੇ ਸਿੰਘ ਕਹਿਣ ਲੱਗੇ ਵੀ ਜੇ ਅਸੀਂ ਹੁਣ ਨੱਠ ਕੇ ਕਿਸੇ ਜਗ੍ਹਾ ਤੇ ਜਾ ਕੇ ਲੁਕ ਜਾਵਾਂਗੇ ਤੇ ਸਿੰਘਾ ਫਿਰ ਉਹ ਵੀ ਜਗ੍ਹਾ ਦੱਸ ਦੇ ਵੀ ਕਿੱਥੇ ਜਾਈਏ ਲੁਕ ਕੇ, ਵੀ ਜਿੱਥੇ ਕਾਲ ਸਾਨੂੰ ਲੱਭ ਨਾ ਸਕੇ। ਵੀ ਜੇ ਮੰਨ ਲੈ ਵੀ ਸਾਡਾ ਸਮਾਂ ਆ ਹੀ ਗਿਆ ਹੈ ਤੇ ਅਸੀਂ ਕਿੱਥੇ ਜਾ ਕੇ ਲੁਕੀਏ, ਵੀ ਜਿੱਥੇ ਮੌਤ ਸਾਨੂੰ ਲੱਭ ਨਾ ਸਕੇ। ਭਾਵ ਇਹ ਹੈ ਕਿ ਅਸੀਂ ਜਿੱਥੇ ਵੀ ਲੁਕ ਕੇ ਜਾਵਾਂਗੇ, ਜੇ ਸਾਡਾ ਸਮਾਂ ਆ ਗਿਆ ਤੇ ਮੌਤ ਨੇ ਸਾਨੂੰ ਉੱਥੇ ਹੀ ਮਾਰ ਦੇਣਾ ਹੈ। ਇਸ ਕਰਕੇ ਜਿੱਥੇ ਜਿੱਥੇ ਵੀ ਜਾਈਏ ਨਾ, ਉੱਥੇ ਉੱਥੇ ਭਾਈ ਕਾਲ ਹੈ। ਸੋ ਇਸ ਪ੍ਰਕਾਰ ਮਹਾਰਾਜ ਸਤਿਗੁਰੂ ਕਲਗੀਧਰ ਜੀ ਨੇ ਆਪਣੀ ਬਾਣੀ ਵਿੱਚ ਬਚਨ ਕਹਿ ਕੇ ਇਸ ਗੱਲ ਦੀ ਪ੍ਰੋੜਤਾ ਕੀਤੀ, ਸਾਨੂੰ ਸਮਝਾਇਆ ਵੀ ਹੈ। ਸਾਧ ਸੰਗਤ ਜੀ, ਸ੍ਰੀ ਬਚਿੱਤਰ ਨਾਟਕ ਮਹਾਰਾਜ ਕਲਗੀਧਰ ਜੀ ਦੀ ਅਜ਼ੀਮ ਰਚਨਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਹਿਲੇ ਅਧਿਆਏ ਵਿੱਚ ਇਹ ਜਿਹੜਾ ਸਵਈਆ ਕਲਗੀਧਰ ਜੀ ਨੇ ਉਚਾਰਨ ਕੀਤਾ ਹੋਇਆ, ਜੋ ਕਹੂੰ ਕਾਲ ਤੇ ਭਾਜ ਕੈ ਬਾਚੀਅਤ। ਜੇਕਰ ਕਾਲ ਤੋਂ ਮੌਤ ਤੋਂ ਕਹਿੰਦੇ ਭੱਜ ਕੇ ਬਚ ਸਕੀਏ ਤੇ ਫਿਰ ਦੱਸੋ ਭਾਈ, ਫਿਰ ਕਿਸ ਕੁੰਟ ਵਿੱਚ ਭੱਜ ਕੇ ਜਾਈਏ? ਜੇ ਕਾਲ ਤੋਂ ਭੱਜ ਕੇ ਬਚ ਸਕਦੇ ਆ ਤੇ ਫਿਰ ਕਹਿੰਦੇ ਵੀ ਦੱਸੋ ਵੀ ਕਿਸ ਕੁੰਟ ਵਿੱਚ ਭੱਜ ਕੇ ਜਾਈਏ, ਕਿਹੜੀ ਜਗ੍ਹਾ ਤੇ ਦੌੜ ਕੇ ਜਾਈਏ ਵੀ ਜਿੱਥੇ ਕਾਲ ਸਾਨੂੰ ਮਾਰ ਨਾ ਸਕੇ। ਸਤਿਗੁਰੂ ਜੀ ਕਹਿੰਦੇ ਨੇ ਵੀ ਜੇ ਇੱਕ ਜਗ੍ਹਾ ਤੋਂ ਭੱਜ ਕੇ ਦੂਜੀ ਜਗ੍ਹਾ ਤੇ ਚਲੇ ਜਾਈਏ ਵੀ ਉੱਥੇ ਬਚਾਅ ਹੋ ਜਾਏਗਾ। ਇੱਕ ਜਗ੍ਹਾ ਨੂੰ ਛੱਡ ਕੇ ਵੀ ਇੱਥੇ ਮੌਤ ਹੋ ਜਾਣੀ ਆ, ਵੀ ਦੂਜੀ ਜਗ੍ਹਾ ਤੇ ਚਲੇ ਜਾਈਏ ਵੀ ਉੱਥੇ ਜਾ ਕੇ ਬਚਾਅ ਹੋ ਜਾਏਗਾ। ਆਗੇ ਹੂੰ ਕਾਲ ਧਰੇ ਅਸ ਗਾਜਤ,
ਅਸ ਦਾ ਆਖਰੀ ਅਰਥ ਹੈ ਤਲਵਾਰ। ਆਪਣੇ ਹੱਥ ਵਿੱਚ ਤਲਵਾਰ ਧਾਰਨ ਕਰਕੇ ਅੱਗੇ ਵੀ ਕਾਲ ਜਿਹੜਾ ਹੈ ਉਹ ਗੱਜਦਾ ਪਿਆ। ਭਾਵ 4 ਕੁੰਟਾਂ ਦੇ ਵਿੱਚ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਕਾਲ ਨਹੀਂ। ਕਾਲ ਹਰ ਇੱਕ ਜਗ੍ਹਾ ਤੇ ਹੈ। ਭਾਵੇਂ 4 ਕੁੰਟਾਂ ਦੇ ਵਿੱਚ ਕਿਤੇ ਵੀ ਦੌੜ ਕੇ ਚਲੇ ਜਾਈਏ ਤੇ ਕਾਲ ਤਾਂ ਉੱਥੇ ਖਲੋਤਾ ਹੀ ਖਲੋਤਾ ਹੈ ਅੱਗੇ। ਹੱਥ ਵਿੱਚ ਤਲਵਾਰ ਧਾਰਨ ਕੀਤੀ ਹੋਈ ਹੈ ਕਾਲ ਨੇ ਤੇ ਬੜਾ ਹੀ ਸ਼ੋਭਨਿਕ ਹੋ ਰਿਹਾ ਹੈ। ਤੇ ਸਤਿਗੁਰੂ ਕਹਿੰਦੇ ਜੇ ਤੇ ਨਸ ਆਈ ਹੈ ਤੇ ਫਿਰ ਉੱਥੋਂ ਨਸ ਕੇ ਕਿੱਥੇ ਜਾਈਏ। ਇੱਥੋਂ ਭੱਜ ਕੇ ਦੂਜੀ ਜਗ੍ਹਾ ਤੇ ਗਏ, ਉੱਥੇ ਵੀ ਕਾਲ। ਉੱਥੋਂ ਭੱਜ ਕੇ ਫਿਰ ਵਾਪਸ ਆ ਗਏ, ਫਿਰ ਉੱਥੇ ਵੀ ਕਾਲ। ਹੁਣ ਦੁਨੀ ਚੰਦ ਨੂੰ ਮਹਾਰਾਜ ਕਲਗੀਧਰ ਜੀ ਨੇ ਆਖਿਆ ਸੀ ਨਾ ਵੀ ਹਾਥੀ ਨਾਲ ਲੜਨਾ, ਤੇ ਉਹਨੂੰ ਡਰ ਪੈ ਗਿਆ ਵੀ ਇਹ ਤਾਂ ਮੌਤ ਸਿਰ ਤੇ ਆ ਗਈ। ਉੱਥੋਂ ਭੱਜ ਗਿਆ ਤੇ ਘਰ ਜਾ ਕੇ ਲੁੱਕ ਕੇ ਬਹਿ ਗਿਆ। ਲੱਤ ਵੀ ਟੁੱਟੀ ਜਦੋਂ ਕਿਲੇ ਦੀ ਕੰਧ ਤੋਂ ਛਾਲ ਮਾਰੀ, ਦੌੜਨ ਲੱਗਾ ਜਦੋਂ ਰੱਸੀ ਟੁੱਟ ਗਈ। ਘਰ ਦੇ ਵਿੱਚ ਆਇਆ ਤੇ ਮੰਜੇ 'ਤੇ ਬੈਠਾ ਸੀ, ਲੱਤ ਟੁੱਟੀ ਹੋਈ ਸੀ। ਉੱਠਿਆ ਤੇ ਥੱਲੇ ਮੰਜੇ ਤੋਂ ਪੈਰ ਰੱਖਿਆ ਨਾ ਜਦੋਂ, ਤੇ ਸੱਪ ਬੈਠਾ ਹੋਇਆ ਸੀ ਤੇ ਉਹਨੇ ਡਸ ਲਿਆ ਤੇ ਉਹਦੀ ਮੌਤ ਹੋ ਗਈ। ਮਹਾਰਾਜ ਕਲਗੀਧਰ ਜੀ ਤਾਈਂ ਖਬਰਾਂ ਪਹੁੰਚ ਗਈਆਂ। ਸਤਿਗੁਰੂ ਜੀ ਕਹਿੰਦੇ ਸਾਨੂੰ ਪਤਾ ਸੀ ਵੀ ਸਮਾਂ ਤਾਂ ਇਹਦਾ ਆ ਗਿਆ ਹੈ, ਵੀ ਇਹ ਸਾਰੀ ਉਮਰ, ਕਿਉਂਕਿ ਮਸੰਦ ਸੀ ਨਾ ਦੁਨੀ ਚੰਦ, ਵੀ ਸਾਰੀ ਉਮਰ ਮਾਇਆ ਹੀ ਛਕੀ ਇਹਨੇ। ਅਸੀਂ ਸੋਚਦੇ ਸਾਂ ਵੀ ਚਲੋ ਜਾਂਦੀ ਵਾਰੀ ਕੁਝ ਕਰ ਜਾਏ, ਵੀ ਇਹਦਾ ਭਲਾ ਹੋ ਜਾਏ। ਅਸੀਂ ਤਾਂ ਇਹਨੂੰ ਕਹਿੰਦੇ ਸੀ ਵੀ ਜਾ ਕੇ ਹਾਥੀ ਨਾਲ ਲੜ ਲੈ, ਵੀ ਤੇਰਾ ਨਾਮ ਰਹਿ ਜਾਏਗਾ, ਸ਼ਹੀਦ ਹੋ ਜਾਏਗਾ, ਤੇਰਾ ਭਲਾ ਹੋ ਜਾਏਗਾ। ਇੱਥੋਂ ਮੌਤ ਤੋਂ ਭੱਜਦਾ ਘਰ ਭੱਜ ਗਿਆ ਤੇ ਮੌਤ ਅੱਗੇ ਖੜੀ ਸੀ। ਤਾਂ ਹੀ ਤਾਂ ਸਤਿਗੁਰੂ ਜੀ ਕਹਿੰਦੇ ਵੀ ਇੱਕ ਜਗ੍ਹਾ ਤੋਂ ਭੱਜ ਕੇ ਜੇ 4 ਕੁੰਟਾਂ ਵਿੱਚ ਵੀ ਚਲੇ ਜਾਈਏ, ਕਾਲ ਅੱਗੇ ਵੀ ਖਲੋਤਾ ਹੋਇਆ, ਉਹਨੇ ਮਾਰ ਦੇਣਾ ਹੈ। ਇਸ ਕਰਕੇ ਭਾਈ ਕਾਲ ਤੋਂ ਨਸ ਕੇ ਕਿੱਥੇ ਜਾਣਾ ਕਰੀਏ। ਅੱਜ ਤੱਕ ਦੁਨੀਆ ਵਿੱਚ ਕੋਈ ਵੀ ਪੀਰ ਪੈਗੰਬਰ, ਕੋਈ ਔਲੀਆ, ਕੋਈ ਅਵਤਾਰ, ਕੋਈ ਸ਼ਾਹੂਕਾਰ, ਕੋਈ ਬਾਦਸ਼ਾਹ, ਕੋਈ ਮਨੁੱਖ ਇਹੋ ਜਿਹਾ ਦਾ ਨਹੀਂ ਦੱਸ ਕੇ ਗਿਆ ਜਿਸ ਦਾ ਦੇ ਨਾਲ ਮੌਤ ਤੋਂ ਬਚਿਆ ਜਾ ਸਕੇ। ਜਾਹੇ ਉਪਾਵ, ਜਿਸ ਉਪਾਵ ਦੇ ਨਾਲ ਮੌਤ ਤੋਂ, ਕਾਲ ਦੇ ਘਾਵ ਤੋਂ ਬਚ ਸਕੀਏ। ਹੈ ਕੋਈ ਦੁਨੀਆ ਦੇ ਵਿੱਚ ਜਿਹੜਾ ਦੱਸ ਕੇ ਗਿਆ ਹੋਵੇ ਵੀ ਮੌਤ ਤੋਂ ਇਸ ਤਰ੍ਹਾਂ ਬਚੀਦਾ, ਮੌਤ ਤੋਂ ਇਸ ਤਰ੍ਹਾਂ ਬਚੀਦਾ? ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ। ਇੱਕ ਸੰਤ ਜਾਣੇ ਵਾਹਿਗੁਰੂ ਦੇ ਪ੍ਰੇਮੀ ਜਿਨ੍ਹਾਂ ਨੂੰ ਕਾਲ ਖਾ ਨਹੀਂ ਸਕਦਾ। ਸਰੀਰਕ ਤੌਰ ਤੇ ਸਭ ਨੇ ਜਾਣਾ, ਜੰਮਣਾ ਮਰਨਾ ਤਾਂ ਸਰੀਰ ਦਾ ਧਰਮ ਹੈ, ਪਰ ਨਾਮ ਜਪਣ ਵਾਲੀਆਂ ਰੂਹਾਂ ਦੇ ਨੇੜੇ ਕਾਲ ਨਹੀਂ ਆਉਂਦਾ, ਉਹਨਾਂ ਨੂੰ ਕਾਲ ਸਤਾਉਂਦਾ ਨਹੀਂ। ਕਾਲ ਕਿਹਨਾਂ ਨੂੰ ਸਤਾਉਂਦਾ ਹੈ? ਸਾਡੇ ਵਰਗੇ ਜੀਵਾਂ ਨੂੰ ਜਿਨ੍ਹਾਂ ਬੰਦਗੀ ਨਹੀਂ ਕੀਤੀ। ਇਸ ਕਰਕੇ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿੰਦੇ ਐਸੋ ਨਾ ਕਹਿ ਗਇਓ ਕੋਈ ਸੋ ਦਾਵ ਰੇ। ਦੁਨੀਆ ਦੇ ਵਿੱਚ ਅੱਜ ਤੱਕ ਕੋਈ ਵੀ ਅਜਿਹਾ ਪੁਰਸ਼ ਨਹੀਂ ਹੋਇਆ ਜਿਹੜਾ ਕਾਲ ਦੇ ਬਚਣ ਦਾ ਕੋਈ ਦਾਵ, ਕੋਈ ਤਰੀਕਾ, ਕੋਈ ਢੰਗ ਮਨੁੱਖਾਂ ਨੂੰ ਦੱਸ ਗਿਆ ਹੋਵੇ। ਇਸ ਕਰਕੇ ਸਤਿਗੁਰੂ ਕਹਿੰਦੇ ਹੈ ਮੂਰਖ, ਜਿਸ ਕਾਲ ਤੋਂ ਆਪਾਂ ਛੁੱਟ ਨਹੀਂ ਨਾ ਸਕਦੇ, ਤੇ ਹੱਸ ਕੇ ਇਹੋ ਜਿਹੇ ਕਾਲ ਦੀ ਸ਼ਰਨ ਵਿੱਚ ਕਿਉਂ ਨਾ ਚਲੇ ਜਾਈਏ। ਭਾਵ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਵਿੱਚ ਚਲੇ ਜਾਈਏ ਜਿੱਥੇ ਫਿਰ ਇਹ ਕਾਲ ਨਹੀਂ ਵਿਆਪਦਾ, ਮਨੁੱਖ ਦੇ ਉੱਤੇ ਇਹ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਜਿਹਦੇ ਤੋਂ ਬਚ ਨਹੀਂ ਸਕਦੇ ਉਹਦੀ ਸ਼ਰਨ ਦੇ ਵਿੱਚ ਹੀ ਚਲੇ ਜਾਈਏ, ਉਹਦੀ ਸ਼ਰਨ ਦੀ ਅਧੀਨਗੀ ਕਬੂਲ ਲਈਏ। ਸੋ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਸਵਈਆ ਉਚਾਰਨ ਕਰਕੇ ਮਨੁੱਖ ਨੂੰ ਸਮਝਾਇਆ ਹੈ ਕਿ ਦੁਨੀਆ ਵਿੱਚ ਸਾਰੇ ਕਾਲ ਦੇ ਬਣਾਏ ਤੇ ਕਾਲ ਨੇ ਖਤਮ ਕਰ ਦੇਣੇ ਹਨ। ਕਾਲ ਕੇ ਬਣਾਏ ਸਭੈ ਕਾਲ ਹੀ ਚਬਾਹੇਂਗੇ। ਬਾਬਾ ਤਾਰਾ ਸਿੰਘ ਜੀ ਕਹਿਣ ਲੱਗੇ, ਸਿੰਘੋ ਆ ਵੇਖੋ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਹੈ ਕਿ ਜੇ ਕਾਲ ਤੋਂ ਬਚਦੇ ਹੋਏ ਕਿਸੇ ਹੋਰ ਜਗ੍ਹਾ ਤੇ ਨੱਠ ਕੇ ਜਾਵਾਂਗੇ ਉੱਥੇ ਵੀ ਬਚਾ ਨਹੀਂ ਹੋਣਾ, ਉੱਥੇ ਵੀ ਅੱਗੇ ਕਾਲ ਬੈਠਾ ਹੋਇਆ ਹੈ। ਇਧਰੋਂ ਲਾਹੌਰ ਤੋਂ ਜ਼ਕਰੀਆ ਖਾਨ ਦਾ ਹੁਕਮ ਪ੍ਰਾਪਤ ਕਰਕੇ ਮੋਮਨ ਖਾਨ ਆਪਣੇ ਨਾਲ ਕਈ ਸਰਦਾਰ ਲੈ ਕੇ ਤੇ ਬਾਬਾ ਤਾਰਾ ਸਿੰਘ ਦੇ ਉੱਪਰ ਚੜ੍ਹਾਈ ਕਰਨ ਵਾਸਤੇ ਚੱਲ ਪਿਆ। ਰਾਤ ਹਲੇ ਸ਼ੁਰੂ ਹੀ ਹੋਈ ਸੀ ਤੇ ਮੋਮਨ ਖਾਨ ਕਹਿਣ ਲੱਗਾ ਵੀ ਛੇਤੀ ਨਾਲ ਚਲੀਏ, ਰਾਤੋਂ ਰਾਤ ਜਾ ਕੇ ਨਾ ਤੇ ਹਨੇਰੇ ਵੇਲੇ ਸਿੰਘਾਂ ਤੇ ਹਮਲਾ ਕਰ ਦਿਆਂਗੇ, ਉਦੋਂ ਸਿੰਘ ਬੇਖਬਰ ਹੋਣਗੇ ਤੇ ਬੇਖਬਰ ਸਿੰਘਾਂ ਨੂੰ ਆਪਾਂ ਮਾਰ ਦਿਆਂਗੇ।
ਇਸ ਤਰ੍ਹਾਂ ਹਲੇ ਰਾਹ ਦੇ ਵਿੱਚ ਉਹ ਆ ਹੀ ਰਹੇ ਸਨ ਤੇ ਰਾਹ ਵਿੱਚ ਉਪਲ ਗੋਤ ਦਾ ਘਮੰਡਾ ਨਾਮ ਦਾ ਇੱਕ ਜੱਟ ਇਹਨਾਂ ਦੀ ਫੌਜ ਨੂੰ ਮਿਲਿਆ ਹੈ। ਤਾਰਾ ਸਿੰਘ ਨਿਹੰਗ ਕੋ ਮੈਂ ਚੱਲ ਦਿਓ ਦਿਖਾਏ। ਉਹਨੇ ਪੁੱਛਿਆ ਜਿਹੜਾ ਮੋਮਨ ਖਾਨ ਸੀ ਵੀ ਤਾਰਾ ਸਿੰਘ ਨਿਹੰਗ ਦਾ ਡੇਰਾ ਕਿਹੜਾ ਹੈ। ਅੱਜ ਕੱਲ ਤਾਂ ਬੜਿਆਂ ਨੂੰ ਕਹਿ ਲੋ ਵੀ ਉਹ ਐਲਰਜੀ ਹੁੰਦੀ ਆ ਨਾ ਨਿਹੰਗ ਸਿੰਘਾਂ ਤੋਂ, ਉਹ ਕਈ ਭੈੜੀਆਂ ਸ਼ਬਦਾਵਲੀਆਂ ਗੁਰੂ ਕੇ ਖਾਲਸੇ ਲਈ ਵਰਤਦੇ ਨੇ। ਮਹਾਰਾਜ ਨੇ ਸਾਜੇ ਹੀ ਨਿਹੰਗ ਸਿੰਘ ਸਨ। ਕਲਗੀਧਰ ਦਸ਼ਮੇਸ਼ ਪਿਤਾ ਜੀ ਲਾਡਲੀ ਫੌਜ ਸੀਗੀ। ਅੱਜ ਤਾਈਂ ਨਾ ਬਾਣੀ ਤੇ ਕਿੰਤੂ ਨਾ ਬਾਣੇ ਤੇ ਕਿੰਤੂ। ਮਹਾਰਾਜ ਕਲਗੀਧਰ ਜੀ ਦੀ ਜਿੰਨੀ ਮਰਿਆਦਾ ਕੇਵਲ ਗੁਰੂ ਕੀਆਂ ਫੌਜਾਂ ਸੰਭਾਲ ਕੇ ਬੈਠੀਆਂ ਨੇ। ਵੱਡੇ ਵੱਡੇ ਲੋਕ ਵੇਖੇ ਜਿਹੜੇ ਹਰ ਗੱਲ ਤੇ ਕਿੰਤੂ ਪਰੰਤੂ ਕਰਦੇ ਨੇ, ਪਰ ਉਹ ਆਪਣੇ ਆਨੰਦ ਦੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਉਸੇ ਤਰੀਕੇ ਨਾਲ ਹੀ ਕਰਦੇ ਨੇ। ਲੋਕ ਗੱਡੀਆਂ ਵਿੱਚ ਫਿਰਦੇ ਨੇ, ਉਹ ਅੱਜ ਵੀ ਘੋੜਿਆਂ ਤੇ ਹੀ ਫਿਰਦੇ ਨੇ। ਸਤਿਗੁਰੂ ਕਲਗੀਧਰ ਜੀ ਦੀ ਦਸੀ ਮਰਿਆਦਾ ਉਹਨੂੰ ਅੱਜ ਵੀ ਨਿਭਾ ਰਹੇ ਨੇ। ਖਾਲਸਾ ਸੋ ਜੋ ਚੜ੍ਹੈ ਤੁਰੰਗ, ਜਿਹੜਾ ਘੋੜੇ ਤੇ ਸਵਾਰ ਹੁੰਦਾ ਉਹਨੂੰ ਖਾਲਸਾ ਕਹਿੰਦੇ ਨੇ ਕਿ ਜਾਂ ਜਿਹੜਾ ਸਕਾਰਪੀਓ ਤੇ ਸਵਾਰ ਹੁੰਦਾ ਵੀ ਉਹਨੂੰ ਖਾਲਸਾ ਕਹਿੰਦੇ ਨੇ, ਜਾਂ ਜਿਹੜਾ ਮਹਿੰਗੀਆਂ ਗੱਡੀਆਂ ਲਗਜ਼ਰੀ ਗੱਡੀਆਂ ਤੇ ਚੜ੍ਹ ਕੇ ਜਾਂਦੇ ਨੇ ਕਿ ਉਹਨੂੰ ਖਾਲਸਾ ਕਹਿੰਦੇ ਨੇ। ਮਹਾਰਾਜ ਨੇ ਫਿਰ ਲਿਖ ਦੇਣਾ ਸੀਗਾ ਵੀ ਜਿਹੜਾ ਗੱਡੀ ਤੇ ਚੜ੍ਹਦਾ ਹੈ, ਗੱਡੀ ਤੇ ਚੜ੍ਹ ਕੇ ਕਿਤੇ ਇੱਕ ਜਗ੍ਹਾ ਤੋਂ ਦੂਜੇ ਥਾਂ ਤੇ ਜਾਂਦਾ ਵੀ ਉਹ ਖਾਲਸਾ ਹੈ। ਉਹ ਅੱਜ ਵੀ ਘੋੜਿਆਂ ਤੇ ਸਵਾਰ ਹੋ ਕੇ ਨਗਾਰੇ ਵਜਾ ਕੇ ਤਿਆਰ ਬਰ ਤਿਆਰ ਹੋ ਕੇ ਗੁਰੂ ਕੇ ਨਿਸ਼ਾਨ ਜਿਹੜੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਉਹ ਨਿਸ਼ਾਨ ਲੈ ਕੇ ਅੱਜ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਨੇ। ਸਤਿਗੁਰਾਂ ਨੇ ਫੌਜਾਂ ਸਾਜੀਆਂ ਸਨ। ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ। ਪੰਜਵਾਂ ਤਖਤ ਸੀ ਚਲਦਾ ਵਹੀਰ, ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਵਿਚਰ ਕੇ ਤੇ ਸਿੱਖੀ ਦਾ ਪ੍ਰਚਾਰ ਕਰਦਾ ਸੀਗਾ। ਸੋ ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜੇ ਗੁਰੂ ਕੇ ਪਿਆਰੇ ਨਿਹੰਗ ਸਿੰਘ ਤਾਰਾ ਸਿੰਘ ਨਿਹੰਗ ਕੋ ਮੈਂ ਚੱਲ ਦਿਓ ਦਿਖਾਏ। ਜਿਹੜਾ ਸੀ ਮੋਮਨ ਖਾਨ ਉਹ ਘਮੰਡੇ ਨੂੰ ਕਹਿਣ ਲੱਗਾ ਵੀ ਤਾਰਾ ਸਿੰਘ ਦਾ ਡੇਰਾ ਕਿੱਥੇ ਆ, ਵੀ ਮੈਨੂੰ ਦਿਖਾਓ ਕਿੱਥੇ ਰਹਿੰਦਾ ਹੈ। ਘਮੰਡਾ ਕਹਿੰਦਾ ਵੀ ਚਲੋ ਮੇਰੇ ਨਾਲ ਚੱਲੋ, ਵੀ ਮੈਂ ਆਪ ਚੱਲ ਕੇ ਤੁਹਾਨੂੰ ਦਿਖਾਉਣਾ ਵੀ ਤਾਰਾ ਸਿੰਘ ਦਾ ਬੂੰਗਾ ਕਿਹੜਾ ਹੈ। ਸੋ ਇਸ ਪ੍ਰਕਾਰ ਮੋਮਨ ਖਾਨ ਨੇ ਘਮੰਡੇ ਨੂੰ ਮੂਹਰੇ ਲਾ ਲਿਆ। ਇੱਦਾਂ ਕਹਿ ਲਓ ਵੀ ਉਹ ਸਿੰਘਾਂ ਦੇ ਨਾਲ ਥੋੜਾ ਕਿਤੇਤ ਕਰਦਾ ਹੋਏਗਾ, ਜਾਂ ਕਹਿ ਲਓ ਵੀ ਪਿੰਡ ਵਾਲਿਆਂ ਨਾਲ ਵੈਰ ਹੋਵੇਗਾ। ਉਹਨੇ ਨਾ ਜਿੱਧਰ ਬਾਬਾ ਤਾਰਾ ਸਿੰਘ ਰਹਿੰਦੇ ਸਨ ਉਹ ਰਸਤਾ ਖੁੰਝਾ ਦਿੱਤਾ ਮੋਮਨ ਖਾਨ ਨੂੰ ਤੇ ਦੂਜੇ ਰਾਹ ਲੈ ਗਿਆ ਹੈ। ਜਿਹੜਾ ਡਾਲਵਾ ਪਿੰਡ ਸੀਗਾ ਉਹ ਡਾਲਵਾ ਪਿੰਡ ਵੱਲ ਭੇਜ ਦਿੱਤਾ ਵੀ ਇੱਧਰ ਸਿੰਘ ਰਹਿੰਦੇ, ਵੀ ਇੱਧਰ ਚਲਾ ਜਾ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਤੁਸੀਂ ਦੋ ਗੱਲਾਂ ਮੰਨ ਲਓ। ਵੀ ਪਹਿਲੀ ਗੱਲ ਇਹ ਹੈ ਵੀ ਹੋ ਸਕਦਾ ਵੀ ਜਿਹੜਾ ਉਹ ਘਮੰਡਾ ਸੀ ਉਹਦਾ ਡਲਵਾ ਵਾਲੇ ਲੋਕਾਂ ਦੇ ਨਾਲ ਕੋਈ ਵੈਰ ਹੋਵੇ ਤੇ ਉਹਨੇ ਜਾਣ ਬੁੱਝ ਕੇ ਫੌਜ ਉਧਰ ਭੇਜ ਦਿੱਤੀ ਹੋਵੇ, ਜਾਂ ਫਿਰ ਇਉਂ ਕਹਿ ਲਓ ਵੀ ਉਹਨੇ ਸਿੰਘਾਂ ਦਾ ਭਲਾ ਸੋਚਿਆ ਵੀ ਚਲੋ ਫੌਜ ਜਿਹੜੀ ਆ ਸਿੰਘਾਂ ਉੱਪਰ ਹਮਲਾ ਨਾ ਕਰ ਦੇਵੇ, ਤੇ ਉਹ ਸੋਚਦਾ ਹੋਏਗਾ ਵੀ ਚਲੋ ਜਦੋਂ ਫੌਜਾਂ ਹੋਰ ਰਸਤੇ ਦੇ ਦੁਆਰਾ ਘੁੰਮ ਕੇ ਵਲ ਖਾ ਕੇ ਜਾਣਗੀਆਂ ਤੇ ਸਿੰਘਾਂ ਨੂੰ ਉੱਥੋਂ ਭੱਜਣ ਨੱਠਣ ਦਾ ਲੁਕਣ ਦਾ ਸਮਾਂ ਮਿਲ ਜਾਏਗਾ। ਜੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਫੌਜਾਂ ਚੜ੍ਹ ਕੇ ਆ ਗਈਆਂ ਵੀ ਉਹਨਾਂ ਨੂੰ ਮੌਕਾ ਮਿਲ ਜਾਏਗਾ। ਸਾਧ ਸੰਗਤ ਜੀ, ਇਸ ਤਰ੍ਹਾਂ ਉਹਨਾਂ ਨੇ ਸਿੰਘਾਂ ਵੱਲ ਖਬਰ ਭੇਜ ਦਿੱਤੀ ਹੈ। ਖਬਰ ਭੇਜੀ ਬਾਬਾ ਜੀ ਛੇਤੀ ਇੱਥੋਂ ਨੱਠ ਜਾਓ, ਤੁਰਕ ਚੜ੍ਹ ਕੇ ਆ ਗਏ ਹਨ। ਜੇ ਤੁਸੀਂ ਇੱਥੋਂ ਨੱਠ ਕੇ ਤੁਰ ਜਾਓਗੇ ਨਾ ਤੇ ਤੁਰਕਾਂ ਦੀ ਫੌਜ ਮੁੜ ਕੇ ਲਾਹੌਰ ਚਲੀ ਜਾਵੇਗੀ। ਤੇ ਜਦੋਂ ਤੁਰਕ ਵਾਪਸ ਚਲੇ ਗਏ ਤੇ ਤੁਸੀਂ ਦੁਬਾਰਾ ਮੁੜ ਕੇ ਆਪਣੇ ਡੇਰੇ ਵਿੱਚ ਬੂੰਗੇ ਵਿੱਚ ਫਿਰ ਆ ਕੇ ਬਹਿ ਜਾਣਾ। ਕਹਿਣ ਲੱਗੇ ਵੀ ਜੇ ਇਸ ਘੜੀ ਤੁਸੀਂ ਬਚ ਜਾਓਗੇ ਨਾ ਤੇ ਫਿਰ ਕਈ ਵਰਖ ਬਚ ਜਾਣਗੇ, ਵੀ ਜੇ ਹੁਣ ਤੁਸੀਂ ਨਾ ਗਏ ਤੇ ਇਹਨਾਂ ਨੇ ਤੁਹਾਨੂੰ ਸ਼ਹੀਦ ਕਰ ਦੇਣਾ। ਇਹਦੇ ਨਾਲੋਂ ਚੰਗਾ ਵੀ ਇਹ ਘੜੀ ਨਾ ਤੁਸੀਂ ਜਿਹੜੀ ਇਸ ਘੜੀ ਬਚਾ ਕਰ ਲਓ ਤੇ ਮੁੜ ਕੇ ਕਈ ਸਾਲ ਤੁਹਾਡੇ ਬਚ ਜਾਣੇ ਹਨ। ਬਾਬਾ ਜੀ ਤੁਸੀਂ ਕਿਉਂ ਆਪਣੀ ਵਿਅਰਥ ਵਿੱਚ ਜਾਨ ਗਵਾਉਂਦੇ ਹੋ? ਸਾਧ ਸੰਗਤ ਦੇ ਬਚਨ ਸੁਣ ਕੇ ਸਿੰਘ ਨੇ ਫਿਰ ਉਹਨੂੰ ਸੰਬੋਧ ਕੀਤਾ, ਭਾਵ ਸੰਬੋਧਨ ਕੀਤਾ ਹੈ। ਬਾਬਾ ਜੀ ਬਾਬਾ ਤਾਰਾ ਸਿੰਘ ਜੀ ਕਹਿਣ ਲੱਗੇ ਸ਼ਾਬਾਸ਼ ਭਾਈ, ਤੇਰੀ ਬੁੱਧੀ ਨੂੰ ਬੜੀਆਂ ਚੰਗੀਆਂ ਗੱਲਾਂ ਤੇ ਬੜੀ ਚੰਗੀ ਸਿੱਖਿਆ ਦੇਣ ਲੱਗਾ ਹੈ। ਚਲੋ
ਤੇਰੇ ਕੋਲੋਂ ਜਿੰਨੀ ਕੁ ਚੰਗੀ ਸਰੀ ਹੈ, ਤੇਰੇ ਕੋਲੋਂ ਜਿੰਨਾ ਕੁ ਚੰਗਾ ਹੋਇਆ ਤੂੰ ਓਨਾ ਕੁ ਕਰ ਦਿੱਤਾ ਹੈ। ਚਾਰੇ ਕੀ ਸਾਂਝ ਚਿਤ ਕਰੀ। ਇਹ ਭਾਈਚਾਰੇ ਦੀ ਜਿਹੜੀ ਸਾਂਝ ਹੈ ਨਾ ਵੀ ਤੂੰ ਚਿੱਤ ਦੇ ਵਿੱਚ ਰੱਖੀ ਤੇ ਸਾਨੂੰ ਆ ਕੇ ਸੁਨੇਹਾ ਦੇ ਦਿੱਤਾ ਵੀ ਤੁਰਕ ਚੜ ਕੇ ਆ ਗਏ ਵੀ ਇਹ ਤੂੰ ਚੰਗਾ ਕੀਤਾ ਹੈ। ਜੋ ਤੁਮ ਕਹੀ ਸੋ ਭਲ ਕਰੀ ਹੈ ਜਾਂ ਜੋ ਹੀ ਸਚ ਬਾਤ। ਬਾਬਾ ਜੀ ਕਹਿੰਦੇ ਜੋ ਤੂੰ ਆਖਿਆ ਨਾ ਉਹ ਚੰਗਾ ਹੀ ਆਖਿਆ ਵੀ ਤੇਰੀ ਗੱਲ ਬਿਲਕੁਲ ਸੱਚੀ ਹੈ ਵੀ ਤੁਰਕ ਚੜ ਕੇ ਆ ਗਏ ਤੇ ਉਹਨਾਂ ਸਾਨੂੰ ਸ਼ਹੀਦ ਕਰ ਦੇਣਾ ਹੈ। ਪਰ ਅਸੀਂ ਨੱਠ ਕੇ ਨਹੀਂ ਕਿਤੇ ਜਾਣਾ, ਭਾਵੇਂ ਤੁਰਕ ਜਿੰਨੇ ਮਰਜ਼ੀ ਚੜ ਕੇ ਆ ਜਾਣ, ਅਸੀਂ ਨੱਠਣ ਵਾਲੇ ਨਹੀਂ। ਅਸੀਂ ਤਾਂ ਇੱਥੇ ਸ਼ਹਾਦਤ ਦਾ ਜਾਮ ਜਿਹੜਾ ਪ੍ਰਾਪਤ ਕਰਨਾ ਇਹ ਗੱਲ ਆਪਣੇ ਚਿੱਤ ਵਿੱਚ ਰੱਖ ਲਈ ਹੈ। ਬਾਬਾ ਜੀ ਕਹਿੰਦੇ ਜੋ ਹੁਣ ਇੱਥੋਂ ਨੱਠ ਕੇ ਮੈਂ ਕਿਸੇ ਜਗ੍ਹਾ ਤੇ ਲੁਕ ਜਾਵਾਂ ਤੇ ਆਪਣੀ ਜੇ ਜਾਨ ਬਚਾ ਲਵਾਂ ਤੇ ਜਦੋਂ ਜੰਗ ਖਤਮ ਹੋ ਜਾਏ, ਫੌਜ ਵਾਪਸ ਚਲੀ ਜਾਏ ਤੇ ਜੇ ਮੈਂ ਇਹ ਸੋਚਾਂ ਵੀ ਮੈਂ ਮੁੜ ਕੇ ਫੇਰ ਆਪਣੇ ਬੂੰਗੇ ਵਿੱਚ ਜਾ ਕੇ ਬੈਠ ਜਾਵਾਂ ਤੇ ਸਾਡੇ ਚਾਰ ਚਫੇਰੇ ਜਿੰਨਾ ਵੀ ਭਾਈਚਾਰਾ ਰਹਿੰਦਾ ਮੈਨੂੰ ਬੋਲੀਆਂ ਮਾਰਨਗੇ, ਭਾਵ ਤਾਨੇ ਮੇਨੇ ਭੇੜਨਗੇ ਮੈਨੂੰ ਵੀ ਇਹ ਭੱਜ ਗਿਆ ਸੀ ਤੇ ਹੁਣ ਫੇਰ ਵੱਡਾ ਸਿੰਘ ਵਾਪਸ ਆ ਕੇ ਬੂੰਗੇ ਵਿੱਚ ਬਹਿ ਗਿਆ ਵੀ ਲੋਕਾਂ ਨੇ ਤਾਂ ਮੈਨੂੰ ਬੋਲੀਆਂ ਮਾਰਨੀਆਂ, ਮਿਹਣੇ ਦੇਣੇ ਹਨ। ਇਸ ਕਰਕੇ ਭਾਈ ਤੇਰਾ ਧੰਨਵਾਦ ਵੀ ਤੂੰ ਖਬਰ ਆ ਕੇ ਸਾਨੂੰ ਦਿੱਤੀ ਹੈ, ਪਰ ਅਸੀਂ ਇਸ ਤਰ੍ਹਾਂ ਆਪਣੀ ਜਾਨ ਪਿਆਰੀ ਕਰਨ ਵਾਲੇ ਨਹੀਂ ਹਾਂ। ਉਧਰ ਜਦੋਂ ਡਲਵਾਨ ਨਗਰ ਵਾਲਿਆਂ ਨੂੰ ਖਬਰ ਹੋਈ ਹੈ, ਪਤਾ ਲੱਗ ਗਿਆ ਵੀ ਮੋਮਨ ਖਾਂ ਚੜ ਕੇ ਆ ਗਿਆ, 2200 ਘੋੜ ਸਵਾਰ ਉਹਦੇ ਨਾਲ ਨੇ, ਫੌਜਾਂ ਚੜ ਕੇ ਆ ਗਈਆਂ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਨਗਰ ਵਾਲਿਆਂ ਨੂੰ ਵੀ ਅਸੀਂ ਕੀ ਕਰ ਦਿੱਤਾ ਵੀ ਇਹ ਸਾਡੇ ਤੇ ਚੜ ਕੇ ਆ ਗਏ ਨੇ। ਤੇ ਨਗਰ ਦੇ ਜਿਹੜੇ ਮੋਹਦਵਾਰ ਚੌਧਰੀ ਸਨ ਤੇ ਨਗਰ ਤੋਂ ਬਾਹਰ ਨਿਕਲੇ ਤੇ ਦੌੜ ਕੇ ਮੋਮਨ ਖਾਂ ਨੂੰ ਮਿਲੇ ਹਨ। ਆ ਕੇ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਖੁਦ ਪਾਤਸ਼ਾਹੀ ਦੀ ਰਈਅਤ ਹਾਂ, ਅਸੀਂ ਬਾਦਸ਼ਾਹ ਦੀ ਰਈਅਤ ਹਾਂ, ਉਹਨਾਂ ਦੀ ਈਨ ਕਬੂਲਦੇ ਹਾਂ ਤੇ ਅਸੀਂ ਇੱਥੇ ਜਿੰਨੇ ਵੀ ਰਹਿਣ ਵਾਲੇ ਆ ਨਾ ਤਾਂ ਸਾਡੇ ਵਿੱਚੋਂ ਕੋਈ ਚੋਰ ਹੈ ਤੇ ਨਾ ਹੀ ਕੋਈ ਸਾਡੇ ਵਿੱਚ ਕੋਈ ਸਿੰਘ ਹੈ। ਨਾ ਸਾਡੇ ਪਿੰਡ ਵਿੱਚ ਕੋਈ ਸਿੰਘ ਰਹਿੰਦਾ ਤੇ ਨਾ ਚੋਰ ਰਹਿੰਦਾ, ਨਾ ਤੁਹਾਨੂੰ ਚੋਰ ਲੱਭਣਾ ਤੇ ਨਾ ਕੋਈ ਸਿੰਘ ਲੱਭਣਾ। ਜਿਨ੍ਹਾਂ ਨੂੰ ਤੁਸੀਂ ਲੱਭਣ ਵਾਸਤੇ ਆਏ ਹੋ, ਇੱਧਰ ਬਾਬਾ ਜੀ ਨੂੰ ਪਤਾ ਲੱਗ ਗਿਆ ਵੀ ਤੁਰਕ ਚੜ ਕੇ ਆ ਗਏ ਤੇ ਜਿਵੇਂ ਆਪਾਂ ਕੱਲ ਸੁਣਿਆ ਸੀ ਵੀ ਇੱਕ ਥੰਮ ਗੜਾ ਕੇ ਤੇ ਨਗਾਰਾ ਤਿਆਰ ਕਰਵਾ ਲਿਆ ਵੀ ਨਗਾਰਾ ਵਜਾ ਦਿਓ ਵੀ ਤੁਰਕ ਜਿਹੜੇ ਨੇ ਵੀ ਕਿਤੋਂ ਮੁੜ ਕੇ ਨਾ ਚਲੇ ਜਾਣ ਵਾਪਸ, ਵੀ ਪਤਾ ਨਹੀਂ ਤਾਰਾ ਸਿੰਘ ਕਿੱਥੇ ਰਹਿੰਦਾ ਹੈ। ਉਹ ਨਗਾਰਾ ਉਹਨਾਂ ਨੇ ਵਜਵਾ ਦਿੱਤਾ। ਇੱਧਰ ਜਦੋਂ ਤੁਰਕਾਂ ਦੀ ਫੌਜ ਡਲਵਾ ਨਗਰ ਵਿੱਚ ਆਈ ਤੇ ਬਾਬਾ ਜੀ ਨੇ ਨਗਾਰੇ ਤੇ ਚੋਟਾਂ ਮਰਵਾ ਦਿੱਤੀਆਂ ਤੇ ਤੁਰਕਾਂ ਨੇ ਉਹ ਨਗਾਰੇ ਦੀ ਆਵਾਜ਼ ਸੁਣ ਲਈ ਹੈ। ਇਸ ਤਰ੍ਹਾਂ ਤੁਰਕਾਂ ਨੇ ਜਾਣ ਲਿਆ ਵੀ ਬਾਬਾ ਤਾਰਾ ਸਿੰਘ ਇੱਥੇ ਬਾਹਰ ਡੇਰੇ ਵਿੱਚ ਰਹਿੰਦੇ, ਬੂੰਗੇ 'ਚ ਰਹਿੰਦੇ ਹਨ ਤੇ ਪਿੰਡ ਵਾਲਿਆਂ ਨੇ ਵੀ ਦੱਸ ਦਿੱਤਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਅੱਗੇ ਜਾ ਕੇ ਸਿੰਘਾਂ ਦਾ ਮਕਾਨ ਹੈ ਜਿੱਥੇ ਉਹ ਰਹਿੰਦੇ ਹਨ। ਜਦੋਂ ਸਿੰਘਾਂ ਦਾ ਪਤਾ ਲੱਗ ਗਿਆ ਨਾ ਤੇ ਕੋਈ ਬਾਬਾ ਜੀ ਦਾ ਮਿੱਤਰ ਪ੍ਰੇਮੀ ਹੋਣਾ ਹੈ, ਉਹ ਪਠਾਨ ਸੀਗਾ ਜਿਹੜਾ ਫੌਜ ਦੇ ਵਿੱਚ ਸੀਗਾ, ਉਹਨੇ ਵੇਖਿਆ ਵੀ ਮੌਕਾ ਰਾਤ ਹਨੇਰੀ ਹੈ ਤੇ ਮੈਂ ਜਾ ਕੇ ਬਾਬਾ ਜੀ ਨੂੰ ਖਬਰ ਦੇ ਦਿਆਂ। ਉਹ ਪਠਾਨ ਆਪਣਾ ਘੋੜਾ ਦੌੜਾ ਕੇ ਤੇ ਬਾਬਾ ਜੀ ਦੇ ਪਾਸ ਆਇਆ ਹੈ। ਜਾ ਕੇ ਕਹਿਣ ਲੱਗਾ ਸਿੰਘ ਜੀ ਕਿਉਂ ਬੈਠੇ ਆਪਣੀ ਇੱਥੇ ਵਿਅਰਥ ਜਾਨ ਗਵਾਉਣ ਲੱਗੇ ਹੋ? ਫੌਜ ਚੜ ਕੇ ਆ ਗਈ, ਜਾਓ ਦੌੜ ਕੇ ਝਾੜਾਂ ਵਿੱਚ ਲੁਕ ਜਾਓ, ਕਿਤੇ ਜਾ ਕੇ ਛਿਪ ਕੇ ਬਹਿ ਜਾਓ ਜਿੱਥੇ ਤੁਹਾਡੀ ਜਾਨ ਬਚ ਜਾਵੇ। ਮੇਰਾ ਫਰਜ਼ ਸੀ ਤੇ ਮੈਂ ਹਿੱਤ ਕਰਕੇ ਤੁਹਾਨੂੰ ਆ ਕੇ ਖਬਰ ਦੇ ਦਿੱਤੀ ਹੈ। ਇਹ ਬਚਨ ਸੁਣ ਕੇ ਬਾਬਾ ਤਾਰਾ ਸਿੰਘ ਜੀ ਕਹਿਣ ਲੱਗੇ ਭਾਈ ਸ਼ਾਬਾਸ਼, ਤੇਰਾ ਧੰਨਵਾਦ, ਤੂੰ ਆ ਕੇ ਸਾਨੂੰ ਖਬਰ ਦਿੱਤੀ ਹੈ। ਆਖਣ ਲੱਗੇ ਵੀ ਹੁਣ ਅਸੀਂ ਨੱਠ ਕੇ ਕਿੱਥੇ ਜਾ ਕੇ ਲੁਕੀਏ, ਵੀ ਅਸੀਂ ਨਹੀਂ ਨੱਠਣਾ, ਅਸੀਂ ਤਾਂ ਇੱਥੇ ਹੀ ਬੈਠੇ ਹੋਏ ਆ, ਇਸੇ ਜਗ੍ਹਾ ਤੇ ਲੜ ਕੇ ਸ਼ਹੀਦ ਹੋਵਾਂਗੇ। ਤੇ ਬਾਬਾ ਤਾਰਾ ਸਿੰਘ ਜੀ ਅੰਮ੍ਰਿਤ ਵੇਲੇ ਸਿੰਘਾਂ ਦੀ ਟਹਿਲ ਕਰ ਰਹੇ ਸਨ, ਉਹਨਾਂ ਨੂੰ ਇਸ਼ਨਾਨ ਪਾਣੀ ਕਰਾ ਰਹੇ ਸਨ, ਸੇਵਾ ਕਰ ਰਹੇ ਸਨ। ਜਲ ਦੇ ਦੇਗੇ ਭਰ ਭਰ ਕੇ ਨਾ ਅੰਮ੍ਰਿਤ ਵੇਲੇ ਸਿੰਘਾਂ ਨੂੰ ਇਸ਼ਨਾਨ ਕਰਾਉਂਦੇ ਹਨ। ਜਿਹੜੇ ਹੋਰ ਸਿੰਘ ਸਨ ਉਹਨਾਂ ਇਸ਼ਨਾਨ ਪਾਣੀ ਕਰ ਲਿਆ ਤੇ
ਰੋਜ਼ ਸੇਵਾ ਕਰਦੇ ਸਨ ਸਿੰਘਾਂ ਦੀ ਬੜੇ ਪ੍ਰੇਮ ਨਾਲ, ਤੇ ਉਹ ਹੱਥ ਜੋੜ ਕੇ ਬਾਬਾ ਜੀ ਨੂੰ ਕਹਿਣ ਲੱਗੇ, ਦੋਨੋਂ ਬਹੁਤ ਟਹਿ ਲੱਗਿਆ ਕਰ ਲਈ। ਬਾਬਾ ਜੀ ਤੁਸੀਂ ਸਾਰੇ ਸਿੰਘਾਂ ਦੀ ਬੜੀ ਟਹਿਲ ਸੇਵਾ ਕੀਤੀ ਹੈ, ਆਪ ਹਮ ਟਹਿਲ ਚਹਿ ਕਰੀ ਤੁਮਾਰੀ। ਹੁਣ ਅੱਜ ਅਸੀਂ ਤੁਹਾਡੀ ਟਹਿਲ ਸੇਵਾ ਕਰਨਾ ਚਾਹੁੰਦੇ ਹਾਂ, ਵੀ ਅਸੀਂ ਤੁਹਾਨੂੰ ਇਸ਼ਨਾਨ ਕਰਾਉਣਾ ਚਾਹੁੰਦੇ ਹਾਂ। ਪਵਿੱਤਰ ਅਬ ਦੇਹ ਹਮਾਰੀ। ਸੋ ਇਸ ਪ੍ਰਕਾਰ ਸਾਡੀ ਜਿਹੜੀ ਦੇਹੀ ਆ ਉਹ ਪਵਿੱਤਰ ਹੋ ਜਾਏਗੀ। ਸਿੰਘਾਂ ਜੀ ਉਹਨੇ ਕਹੀ ਸੁਣਾਏ। ਸੇਵਾ ਦਾ ਮੌਕਾ ਦਿਓ, ਤੁਹਾਡੀ ਸੇਵਾ ਕਰਕੇ ਅਸੀਂ ਵੀ ਸ਼ੁੱਧ ਪਵਿੱਤਰ ਹੋ ਜਾਈਏ। ਇਹ ਬਚਨ ਸੁਣ ਕੇ ਫਿਰ ਬਾਬਾ ਤਾਰਾ ਸਿੰਘ ਜੀ ਉਹਨਾਂ ਨੂੰ ਕਹਿਣ ਲੱਗੇ ਹਨ, ਪਵਿੱਤਰ ਹੋਏ ਸ਼ਸਤਰ ਲਗਾਏ। ਬਾਬਾ ਜੀ ਕਹਿਣ ਲੱਗੇ, ਸਿੰਘੋ ਜਦੋਂ ਸਰੀਰ ਤੇ ਸ਼ਸਤਰ ਲੱਗਦੇ ਨੇ ਨਾ ਖਾਲਸੇ ਦੇ, ਜਿੰਨੇ ਸ਼ਸਤਰ ਲੱਗਦੇ ਦੇਹੀ ਓਨੀ ਪਵਿੱਤਰ ਹੁੰਦੀ ਹੈ। ਇਹ ਨਾ ਸੋਚੋ ਵੀ ਇੱਥੇ ਦੇਖ ਜੇ ਇਸ਼ਨਾਨ ਕਰਕੇ ਸ਼ੁੱਧ ਹੋ ਜਾਵਾਂਗੇ, ਸ਼ੁੱਧ ਸ਼ਸਤਰ ਦੇ ਫੱਟ ਲੱਗਣ ਦੇ ਨਾਲ ਹੋਈਦਾ ਹੈ। ਦੋਹਰਾ ਜਸ ਦਵਾਰ ਕੈ ਦਾਗ ਲਗ ਦੇਹ ਪਵਿੱਤਰ ਹੋਏ। ਜਿਵੇਂ ਕਹਿੰਦੇ ਨੇ ਵੀ ਦਵਾਰਕਾ ਦੇ ਵਿੱਚ ਜਾ ਕਰਕੇ ਸਾਧ ਸੰਗਤ ਜੀ, ਉੱਥੇ ਇੱਕ ਛਾਪ ਲੱਗਦੀ ਹੈ ਦਵਾਰਕਾ ਵਿੱਚ, ਸਰੀਰ ਦੇ ਉੱਤੇ ਛਾਪ ਲਾ ਦਿੰਦੇ ਨੇ, ਤੇ ਕਹਿੰਦੇ ਨੇ ਵੀ ਜਦੋਂ ਉਹ ਸਰੀਰ ਤੇ ਛਾਪ ਲੱਗਦੀ ਹੈ ਨਾ, ਤੇ ਉਹ ਦਾਗ ਲੱਗਣ ਦੇ ਨਾਲ ਵੀ ਸਰੀਰ ਦੇ ਪਾਪ ਧੋਤੇ ਜਾਂਦੇ। ਵੀ ਇਹ ਮਨੋਤ ਹੈ ਸਨਾਤਨ ਹਿੰਦੂ ਮਤ ਦੀ। ਤੈਸੇ ਸ਼ਸਤਰ ਕੇ ਲਗ ਪਾਪ ਦੇਹੋ ਜਾਏ ਧੋਏ। ਜੈਸੇ ਉਹਨਾਂ ਦਾ ਮੰਨਣਾ ਹੈ ਵੀ ਸਰੀਰ ਤੇ ਛਾਪ ਲੱਗਣ ਦੇ ਨਾਲ ਪਾਪ ਧੋਤੇ ਜਾਂਦੇ ਨੇ, ਇਨ ਬਿਨ ਇਸੇ ਪ੍ਰਕਾਰ ਜਦੋਂ ਗੁਰੂ ਖਾਲਸਾ ਮੈਦਾਨੇ ਜੰਗ ਵਿੱਚ ਜਾ ਕੇ ਜੂਝਦਾ, ਤੇਗ ਸ਼ਸਤਰਾਂ ਦੇ ਫੱਟ ਜਦੋਂ ਉਹਨਾਂ ਦੇ ਸਰੀਰ ਤੇ ਲੱਗਦੇ ਨੇ, ਇਹਦੇ ਨਾਲ ਉਹਨਾਂ ਦੀ ਦੇਹੀ ਦੇ ਸਾਰੇ ਪਾਪ ਧੋਤੇ ਜਾਂਦੇ ਨੇ, ਦੇਹੀ ਪਵਿੱਤਰ ਹੋ ਜਾਂਦੀ ਹੈ। ਤੋਤ ਸਿੰਘ ਜੀ ਜਲ ਲੈਣ ਗਏ। ਇਧਰ ਕੁਝ ਸਿੰਘ ਜਿਹੜੇ ਸਾਨੂੰ ਜਲ ਲੈਣ ਵਾਸਤੇ ਗਏ ਹੋਏ ਹਨ, ਕੋ ਨਹਿ ਲਖ ਲਏ। ਤੇ ਜਲ ਲੈਣ ਜਾ ਹੀ ਰਹੇ ਸਨ। ਅੱਗੋਂ ਫੌਜ ਚੜ ਕੇ ਆ ਗਈ, ਤੇ ਆਉਂਦੀ ਹੋਈ ਫੌਜ ਸਿੰਘਾਂ ਨੇ ਜਾਣ ਲਈ। ਉਹ ਸਿੰਘ ਜੀ ਸਭ ਸਿੰਘ ਨੂੰ ਸੁਣਾਏ। ਉਹਨਾਂ ਨੇ ਆ ਕੇ ਵਾਪਸ ਬਾਬਾ ਤਾਰਾ ਸਿੰਘ ਜੀ ਨੂੰ ਖਬਰ ਦੇ ਦਿੱਤੀ ਹੈ। ਨਠਨੋ ਨਠ ਜਾਓ ਭਾਈ। ਤੇ ਬਾਬਾ ਤਾਰਾ ਸਿੰਘ ਜੀ ਨੇ ਫਿਰ ਸਿੰਘਾਂ ਨੂੰ ਉੱਚੀ ਆਵਾਜ਼ ਵਿੱਚ ਆਖਿਆ, ਸਿੰਘੋ ਫੌਜ ਚੜ ਕੇ ਆ ਗਈ, ਜਿਨ੍ਹਾਂ ਨੇ ਨੱਠਣਾ ਹੋਣੇ ਨੱਠ ਜਾਓ, ਜਿਨ੍ਹਾਂ ਨੂੰ ਜਾਨ ਪਿਆਰੀ ਹੈ। ਸ਼ਸਤਰ ਫੜ ਬਾਹਰ ਹੋਵੋ। ਤੇ ਜੇ ਨੱਠਣਾ ਤੇ ਨੱਠ ਜਾਓ, ਤੇ ਜੇ ਜੰਗ ਵਿੱਚ ਜੂਝਣਾ ਤੇ ਸ਼ਸਤਰ ਪਕੜ ਕੇ ਬੂੰਗੇ ਤੋਂ ਬਾਹਰ ਹੋ ਕੇ ਮੈਦਾਨੇ ਜੰਗ ਵਿੱਚ ਖਲੋ ਜਾਓ। ਆ ਘਰ ਦੀ ਓਟ ਛੱਡ ਕੇ, ਆਸਰਾ ਛੱਡ ਕੇ ਰਣ ਭੂਮੀ ਵਿੱਚ ਸਨਮੁਖ ਖਲੋ ਜਾਓ। ਉਹਦੇ ਵਿੱਚ ਕੋਈ ਭੱਜਣ ਵਾਲਾ ਸਿੰਘ ਨਹੀਂ ਸੀ, 22 ਜਾਣੇ ਸਨ ਗੁਰੂ ਕੇ ਸਿੰਘ। ਬਾਕੀ ਜਿਨ੍ਹਾਂ ਨੇ ਦੌੜਨਾ ਸੀ ਉਹ ਤਾਂ ਪਹਿਲਾਂ ਹੀ ਭੱਜ ਗਏ ਸਨ। 22 ਦੇ 22 ਸਿੰਘ ਸ਼ਸਤਰ ਲੈ ਕੇ ਮੈਦਾਨੇ ਜੰਗ ਵਿੱਚ ਖਲੋ ਗਏ। ਉਹਨਾਂ ਨੇ ਘਰ ਦੀ ਓਟ ਆਸਰਾ ਛੱਡ ਦਿੱਤਾ ਤੇ ਖੁੱਲੇ ਮੈਦਾਨ ਵਿੱਚ ਖੜ ਗਏ ਹਨ। ਦੂਸਰੇ ਪਾਸੇ ਤੋਂ ਧੌਂਸੇ ਨਗਾਰੇ ਉੱਪਰ ਚੋਭਾ ਮਾਰਦਿਆਂ ਹੋਇਆ ਜਿਹੜੇ ਤੁਰਕ ਹਨ ਸਿੰਘਾਂ ਦੇ ਉੱਤੇ ਆਣ ਪਏ, ਉਹਨਾਂ ਨੇ ਆ ਕੇ ਹਮਲਾ ਕਰ ਦਿੱਤਾ ਹੈ। ਦੋਹਾਂ ਤਰਫਾਂ ਤੋਂ ਬੜੀ ਮਾਰ ਮਚ ਗਈ, ਜੰਗ ਸ਼ੁਰੂ ਹੋ ਗਿਆ। ਜਿਵੇਂ ਸੌਂਚੀ ਦੇ ਖਿਡਾਰੀ ਆਪਸ ਵਿੱਚ ਜੂਝਦੇ ਨੇ, ਘੁਲਦੇ ਨੇ, ਇਨ ਬਿਨ ਇਸੇ ਪ੍ਰਕਾਰ ਦੋਹੇ ਫੌਜਾਂ ਘੁਲਣ ਲੱਗ ਪਈਆਂ। ਸਭ ਤੋਂ ਪਹਿਲਾਂ ਬਲਾਕਾ ਸਿੰਘ ਜਿਹੜਾ ਸੀ ਸ਼ਸਤਰ ਲੈ ਕੇ ਅੱਗੇ ਨੂੰ ਵਧਿਆ ਹੈ। ਹੱਥ ਵਿੱਚ ਫੜ ਕੇ ਤੇਗ ਤੇ ਬਹੁਤੇ ਤੁਰਕਾਂ ਨੂੰ ਸੋਧਾ ਲਾ ਦਿੱਤਾ। ਬਲਾਕਾ ਸਿੰਘ ਦੇ ਜੰਗ ਕਰਦਿਆਂ ਹੋਇਆਂ ਛਾਤੀ ਦੇ ਵਿੱਚ ਤੀਰ ਆ ਵੱਜਿਆ ਹੈ। ਜਿਹੜਾ ਡਲਵਾ ਨਗਰ ਵਿੱਚ ਜੰਗ ਹੋਇਆ, ਇਸ ਜੰਗ ਵਿੱਚ ਬਾਬਾ ਬਲਾਕਾ ਸਿੰਘ ਸਭ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਿਆ। ਛਾਤੀ ਵਿੱਚ ਤੀਰ ਵੱਜਿਆ ਤੇ ਸ਼ਹੀਦੀ ਹੋ ਗਈ ਹੈ। ਉਸ ਤੋਂ ਬਾਅਦ ਜਿਹੜੇ ਸਿੰਘ ਸਨ ਉਹਨਾਂ ਨੇ ਜਾ ਕੇ ਢੇਰੀ ਬੰਨ੍ਹ ਲਈ। ਢੇਰੀ ਬੰਨਣ ਦਾ ਭਾਵ ਹੈ ਵੀ ਇੱਕ ਦੂਜੇ ਨਾਲ ਪਿੱਠ ਜੋੜ ਕੇ ਨਾ ਇੱਕ ਗਰੁੱਪ ਬਣਾ ਲਿਆ ਉਹਨਾਂ ਨੇ, ਤੇ ਇਸ ਪ੍ਰਕਾਰ ਪਿੱਠ ਜੋੜ ਕੇ ਖਲੋ ਗਏ ਵੀ ਪਿੱਛੋਂ ਕੋਈ ਵਾਰ ਨਾ ਕਰੇ ਤੇ ਸਾਹਮਣੇ ਸਿੰਘ ਵਾਰ ਸਹਿਣ ਤੇ ਦੁਸ਼ਮਣ ਤੇ ਵਾਰ ਕਰਨ। ਜਿਸ ਪ੍ਰਕਾਰ ਸੌਂਚ ਦੀ ਖੇਡ ਪਹਿਲਵਾਨ ਆਪਸ ਵਿੱਚ ਖੇਡਦੇ ਨੇ ਕਬੱਡੀ ਦੇ ਵਾਂਗੂ, ਇਨ ਬਿਨ ਇਸੇ ਪ੍ਰਕਾਰ ਸਿੰਘ ਵੀ ਉੱਥੇ ਜੂਝਣ ਲੱਗੇ ਹਨ। ਉਧਰੋਂ ਤੁਰਕ ਹੱਲਾ ਕਰਕੇ ਆਉਂਦੇ ਹਨ, ਇਧਰੋਂ ਸਿੰਘ ਅੱਗੋਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਪਿੱਛੇ ਹਟਾਉਂਦੇ ਹਨ। ਦੋਹੇ ਦਿਸ਼ਾਵਾਂ ਤੋਂ ਬੜਾ ਧੂੜ ਘੱਟਾ ਗਰਦ ਗੁਬਾਰ ਉੱਠ ਗਈ ਹੈ।
ਇੱਕ ਤਾਂ ਰਾਤ ਸੀ, ਘਟਾ ਮਿੱਟੀ ਆਕਾਸ਼ ਨੂੰ ਜਾ ਚੜਿਆ, ਤੇ ਇਸ ਤਰ੍ਹਾਂ ਜਾਣੋ ਵੀ ਕੁੱਪ ਹਨੇਰੀ ਰਾਤ ਛਾ ਗਈ ਹੋਵੇ। ਕਰ ਹੱਲੇ ਤੁਰ ਘੋੜੇ ਚਲਾਵਨ, ਉਧਰੋਂ ਹਮਲਾ ਕਰਕੇ ਤੁਰਕ ਆਪਣੇ ਘੋੜੇ ਤੋੜਦੇ ਹਨ। ਸਿੰਘ ਨੇ ਚਾਹੇ ਫੇਟਨ ਗਿਰਾਵਨ, ਉਹ ਚਾਹੁੰਦੇ ਵੀ ਘੋੜੇ ਦੀ ਫੇਟ ਮਾਰ ਕੇ ਸਿੰਘ ਜਿਹੜੇ ਨਾ ਇਹਨਾਂ ਨੂੰ ਹੇਠਾਂ ਸੁੱਟ ਦਈਏ। ਇਕੱਠੇ ਸਨ, ਇੱਕ ਗਰੁੱਪ ਦੇ ਵਿੱਚ ਸਿੰਘ ਖਲੋਤੇ ਸਨ ਵੀ ਫੇਟਾ ਮਾਰੀਏ ਤੇ ਸਿੰਘ ਡਿੱਗ ਜਾਣਗੇ ਤੇ ਉੱਪਰੋਂ ਹਮਲਾ ਕਰ ਦਿਆਂਗੇ। ਅੱਗੇ ਉਨ ਸਿੰਘ ਮੁਖ ਕਟ ਡਾਰੇ, ਤੇ ਜਦੋਂ ਆ ਕੇ ਫੇਟਾ ਮਾਰਨਾ ਚਾਹੁੰਦੇ ਤੇ ਸਿੰਘਾਂ ਨੇ ਲੈ ਕੇ ਸ਼ਸਤਰ ਤੇ ਘੋੜਿਆਂ ਦੇ ਮੂੰਹ ਵੱਢ ਦਿੱਤੇ ਹਨ। ਬਹੁਤ ਥੱਕ ਗਏ ਹਾਰੇ, ਇਸ ਤਰ੍ਹਾਂ ਉੱਥੇ ਬਹੁਤੇ ਤੁਰਕ ਧਰਤੀ ਤੇ ਆ ਡਿੱਗੇ ਤੇ ਇਹੋ ਜਿਹਾ ਜ਼ੋਰ ਲਾ ਲਾ ਕੇ ਤੁਰਕ ਥੱਕ ਹਾਰ ਗਏ ਹਨ। ਛਕ ਗਿਰੇ ਹੈ ਆਪਸ ਮਾਹੇ, ਇਸ ਤਰ੍ਹਾਂ ਆਪਸ ਵਿੱਚ ਹੀ ਇੱਕ ਦੂਜੇ ਵਿੱਚ ਵੱਜ ਕੇ ਤੁਰਕ ਹੇਠਾਂ ਡਿੱਗ ਪਏ। ਰੁਕ ਗਏ ਉਨ ਕੋ ਰਾਹੋ, ਕਿਉਂਕਿ ਘੋੜਾ ਡਿੱਗਿਆ ਨਾ, ਇੱਕ ਘੋੜਾ ਫਿਰ ਠੇਡਾ ਲਾ ਕੇ ਦੂਜਾ ਵੀ ਆ ਡਿੱਗਿਆ। ਇੱਕ ਰਾਤ ਸੀ, ਪਤਾ ਕੁਝ ਨਹੀਂ ਸੀ ਲੱਗਦਾ। ਇਸ ਪ੍ਰਕਾਰ ਸਾਧ ਸੰਗਤ ਜੀ ਉੱਥੇ ਢੇਰ ਲੱਗ ਗਏ ਤੁਰਕਾਂ ਦੇ, ਘੋੜਿਆਂ ਦੇ, ਲੋਥਾਂ ਦੇ, ਤੇ ਉਹਨਾਂ ਦਾ ਹੁਣ ਮੰਨ ਲਓ ਵੀ ਰਾਹ ਹੀ ਰੁਕ ਗਿਆ। ਥੱਕ ਗਏ ਹੱਲਾ ਕਰ ਕਰਕੇ ਤੇ ਸਿੰਘਾਂ ਦਾ ਗਰੁੱਪ ਤੋੜ ਨਾ ਸਕੇ। ਦੋਹਰਾ ਦੇਹ ਦੋਏ ਵੱਲ ਤੇ ਆੜ ਭਿੜੈ, ਗਿਰ ਗਿਰ ਰੁਕ ਗਈ ਠੋਰ। ਦੋਹੇ ਦਿਸ਼ਾਵਾਂ ਤੋਂ ਇਸ ਪ੍ਰਕਾਰ ਫੌਜੀ ਜਿਹੜੇ ਸਿਪਾਹੀ ਆਪਸ ਵਿੱਚ ਜੂਝਦੇ ਹਨ, ਅੜਦੇ ਭਿੜਦੇ ਹਨ ਤੇ ਲੋਥਾਂ ਧਰਤੀ ਤੇ ਡਿੱਗਣ ਲੱਗ ਪਈਆਂ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਸਾਰੀਆਂ ਥਾਵਾਂ ਰੁਕ ਗਈਆਂ, ਰਸਤਾ ਨਹੀਂ ਬਚਿਆ। ਕਰ ਹੱਲੇ ਜੇ ਅਵੈ ਪਰੈ ਹੁਨੈ ਪਰ ਧੋੜ, ਤੇ ਜਦੋਂ ਹਮਲਾ ਕਰ ਕਰਕੇ ਦੌੜ ਕੇ ਅੱਗੇ ਵਧਦੇ ਨਾ ਤੁਰਕ, ਤੇ ਸਾਧ ਸੰਗਤ ਜੀ ਉਹਨਾਂ ਦਾ ਆਪਣਾ ਕੀਤਾ ਹੋਇਆ ਹਮਲਾ ਉਹਨਾਂ ਦੇ ਆਪਣੇ ਸਿਰ ਤੇ ਹੀ ਆਣ ਪੈਂਦਾ ਹੈ। ਕਿਛ ਉਨ ਕੈ ਉਨ ਸ਼ਸਤਰ ਲਾਗੈ, ਉਹਨਾਂ ਦੇ ਆਪਣੇ ਚਲਾਏ ਹੋਏ ਸ਼ਸਤਰ ਆਪਣੇ ਸਰੀਰ ਤੇ ਲੱਗ ਜਾਂਦੇ ਹਨ। ਸਿੰਘ ਵੀ ਮਾਰੇ ਹੋ ਆਗੇ, ਅੱਗੇ ਵੱਧ ਕੇ ਕਈ ਤੁਰਕਾਂ ਨੂੰ ਸਿੰਘ ਵੀ ਮਾਰ ਦਿੰਦੇ ਨੇ। ਆਪ ਸ਼ਸਤਰ ਚਲਾਉਂਦੇ ਆਪਣੇ ਆਪ ਨੂੰ ਹੀ ਲੱਗ ਜਾਂਦੇ ਨੇ ਤੇ ਕਈਆਂ ਨੂੰ ਸਿੰਘ ਸੋਧ ਦਿੰਦੇ ਹਨ। ਤੇ ਮਚ ਗਿਓ ਘਾਣ, ਦੋਹਾਂ ਦਿਸ਼ਾਵਾਂ ਤੋਂ ਘਮਸਾਣ ਦਾ ਜੰਗ ਮਚ ਗਿਆ। ਆਖ ਗਿਓ ਵੱਲੋ ਲਾਲਾ ਤਾਂ, ਕਾਫੀ ਸਮਾਂ ਹੋ ਗਿਆ ਜੰਗ ਕਰਦਿਆਂ, ਤਾਣ ਲਾ ਲਾ ਕੇ ਦੋਹੇ ਦਿਸ਼ਾਵਾਂ ਦੇ ਯੋਧੇ ਥੱਕ ਗਏ ਹਨ। ਤੇਰੇ ਵੱਲ ਦੋ ਤੈ ਹੋਈ, ਦੋਹੇ ਦਿਸ਼ਾਵਾਂ ਵੱਲੋਂ ਧੀਮਾ ਜਿਹਾ ਜੰਗ ਹੋਣ ਲੱਗ ਪਿਆ, ਕਿਉਂਕਿ ਤੁਰਕਾਂ ਨੂੰ ਰਾਹ ਨਹੀਂ ਸੀ ਲੱਭਦਾ ਅੱਗੇ ਵਧਣ ਨੂੰ। ਹੱਲਾ ਕਰ ਕਰਕੇ ਥੱਕ ਗਏ ਤੇ ਸਿੰਘ ਉੱਥੇ ਹੀ ਆਪਣਾ ਟੋਲਾ ਬਣਾ ਕੇ ਤਿਆਰ ਬਰ ਤਿਆਰ ਹੋ ਕੇ ਖਲੋਤੇ ਰਹੇ ਵੀ ਕੋਈ ਆਵੇ ਤੇ ਸੋਧਾ ਲਾਈਏ। ਹੁਣ ਤੁਰਕ ਨੇੜੇ ਨਹੀਂ ਸਨ ਆਉਂਦੇ, ਡਰਦੇ ਮਾਰੇ ਸਿੰਘਾਂ ਦੇ। ਇਸ ਕਰਕੇ ਦੋਹਾਂ ਦਿਸ਼ਾਵਾਂ ਤੋਂ ਹੌਲੀ ਹੌਲੀ ਜੰਗ ਧੀਮਾ ਹੋ ਗਿਆ। ਹਥਿਆਰੀ ਆਵਨ ਕੋਈ, ਹੱਥ ਦੇ ਵਿੱਚ ਹਥਿਆਰ ਲੈ ਕੇ ਤੇ ਕੋਈ ਸਿੰਘਾਂ ਦੇ ਸਾਹਮਣੇ ਆ ਕੇ ਹਮਲਾ ਨਹੀਂ ਕਰਦਾ। ਲੋਕ ਖੜ ਦੂਰੋਂ ਚਲਾਵੇ, ਹੁਣ ਤੀਰ ਤੇ ਬੰਦੂਕ ਲੈ ਕੇ ਨਾ ਦੂਰ ਹੀ ਖਲੋ ਕੇ ਤੁਰਕ ਚਲਾਉਂਦੇ ਨੇ। ਹੱਥੀ ਸ਼ਸਤਰ ਲੈ ਕੇ ਨੇੜੇ ਨਹੀਂ ਆਉਂਦੇ। ਬੰਦੂਕ ਚਲਾ ਦਿੱਤੀ, ਤੀਰ ਚਲਾ ਦਿੱਤਾ। ਇਸ ਤਰ੍ਹਾਂ ਦੂਰ ਖਲੋ ਕੇ ਸਿੰਘਾਂ ਤੇ ਹਮਲਾ ਕਰਦੇ ਹਨ। ਸਿੰਘ ਮਾਰ ਗਿਰਾਵੇ, ਇਸ ਵਿਧੀ ਨਾਲ ਤੁਰਕ ਸਿੰਘਾਂ ਨੂੰ ਮਾਰ ਸੁੱਟਦੇ ਹਨ। ਬੰਦੂਕ ਤਮਾਚੋ ਸਿੰਘਨ ਪੈ ਨਾਹੀ, ਉਸ ਸਮੇਂ ਸਿੰਘਾਂ ਦੇ ਕੋਲ ਨਾ ਤਾਂ ਬੰਦੂਕ ਸੀ ਤੇ ਨਾ ਤਮਾਂਚੇ ਸਨ। ਤਮਾਂਚੇ ਪਿਸਟਲ ਨੂੰ ਕਹਿੰਦੇ ਨੇ। ਸਿੰਘਾਂ ਦੇ ਕੋਲ ਨਾ ਬੰਦੂਕਾਂ ਸਨ ਤੇ ਨਾ ਹੀ ਤਮਾਂਚੇ ਸਨ। ਕੇ ਗੋਲੇ ਲੰਘ ਉਨ ਪਰ ਪਾਹੇ, ਤੇ ਜਿਹੜੀਆਂ ਹੁਣ ਤੁਰਕਾਂ ਦੀਆਂ ਗੋਲੀਆਂ ਸਨ ਉਹ ਸਿੰਘਾਂ ਦੇ ਸਰੀਰ ਨੂੰ ਚੀਰ ਕੇ ਲੰਘ ਜਾਂਦੀਆਂ ਹਨ। ਮਨ ਖਾ ਨੇੜੇ ਆਇਆ, ਇਸ ਤੋਂ ਬਾਅਦ ਜਿਹੜਾ ਮੋਮਨ ਖਾਨ ਸੀ ਉਹ ਸਿੰਘਾਂ ਦੇ ਨੇੜੇ ਆ ਗਿਆ ਹੈ। ਹੱਲਾ ਨੂੰ ਫੇਰ ਕਰਾਇਆ, ਜਦੋਂ ਵੇਖਿਆ ਉਹਨੇ ਫੌਜਾਂ ਧੀਮੀਆਂ ਜੀਆਂ ਹੋ ਗਈਆਂ, ਡਰਦੇ ਮਾਰੇ ਪਿੱਛੇ ਹਟਣ ਲੱਗ ਪਏ ਸਾਰੇ। ਅੱਗੇ ਵੱਧ ਕੇ ਤੇ ਉਹਨੇ ਹੱਲਾ ਸ਼ੇਰੀ ਦੇ ਕੇ ਤੇ ਫਿਰ ਦੁਬਾਰਾ ਹਮਲਾ ਕਰਾ ਦਿੱਤਾ ਹੈ। ਮੁਗਲ ਤੱਕੇ ਘੋੜਾ ਚਲਾਇਆ, ਮੋਮਨ ਖਾਨ ਦੀ ਫੌਜ ਦੇ ਵਿੱਚ ਤੱਕੀ ਬੇਗ ਨਾਮ ਦਾ ਇੱਕ ਮੁਗਲ ਸੀਗਾ ਤੇ ਉਹਨੇ ਮੋਮਨ ਖਾਨ ਦਾ ਕਿਹਾ ਮੰਨ ਕੇ ਤੇ ਆਪਣਾ ਘੋੜਾ ਸਿੰਘਾਂ ਵੱਲ ਤੋਰ ਲਿਆ ਹੈ। ਕਹਾਂ ਤਾਰਾ ਸਿੰਘ ਪੁੱਛਤਾ ਆਇਆ, ਬੜੇ ਹੰਕਾਰ ਦੇ ਵਿੱਚ ਆ ਕੇ ਪੁੱਛਣ ਲੱਗਾ, ਉਹ ਤਾਰਾ ਸਿੰਘ ਕਿੱਥੇ ਆ? ਕੌਣ ਆ ਤੁਹਾਡੇ ਵਿੱਚੋਂ ਤਾਰਾ ਸਿੰਘ ਜਿਹੜਾ ਆਪਣੇ ਆਪ ਨੂੰ ਵੱਡਾ ਸੂਰਮਾ ਸਮਝਦਾ ਹੈ? ਜੇ ਕਹਿਓ ਚਲੋ ਅਗਾਰੀ, ਬਾਬਾ ਤਾਰਾ ਸਿੰਘ ਉੱਥੇ ਖਲੋਤੇ ਸਨ। ਆਵਾਜ਼ ਮਾਰ ਕੇ ਕਹਿਣ ਲੱਗੇ, ਉਹ ਆ ਤੁਰਕਾ, ਆ ਤੈਨੂੰ ਵਿਖਾਵਾਂ ਤਾਰਾ ਸਿੰਘ ਕਿੱਥੇ ਹੈ। ਚਲਾਉ ਤੂੰ ਪਹਿਲੋ ਵਾਰੇ, ਆਖਣ ਲੱਗੇ, ਇੱਧਰ ਆ ਜਰਾ ਮੇਰੇ ਨਾਲ ਦੋ ਹੱਥ ਕਰ, ਤੈਨੂੰ ਦੱਸਾਂ ਕਿਹੜਾ ਤਾਰਾ ਸਿੰਘ ਹੈ। ਪਹਿਲਾਂ ਵਾਰ ਜ਼ਰੂਰ ਕਰ ਲੈ ਵੀ ਕਿਤੇ ਤੇਰੇ ਮਨ ਦੇ ਵਿੱਚ ਗੱਲ ਨਾ ਰਹਿ ਜਾਏ ਵੀ ਮੈਂ ਤਾਰਾ ਸਿੰਘ ਨੂੰ ਮਾਰ ਨਹੀਂ ਸਕਿਆ। ਬੇਸ਼ੱਕ ਪਹਿਲਾਂ ਵਾਰ ਤੂੰ ਕਰ ਲੈ। ਘੋੜਾ ਉਨ ਤੀਰ ਚਲਾਇਆ, ਉਹਨੇ ਆਪਣਾ ਘੋੜਾ ਤੋਰਿਆ ਤੇ ਬਾਬਾ ਤਾਰਾ ਸਿੰਘ ਵੱਲ ਤੀਰ ਚਲਾ ਦਿੱਤਾ ਹੈ। ਦਾਸੇ ਸਿੰਘ ਜੀ ਕੇ ਲਾਇਆ, ਤੀਰ ਜਿਹੜਾ ਸੀ ਬਾਬਾ ਜੀ ਦੇ ਮੁੰਡਾਸੇ ਦਮਾਲੇ ਦੇ ਵਿੱਚ ਆ ਵੱਜਿਆ। ਹੁਣ ਦਮਾਲੇ ਵਿੱਚ ਵੀ
ਇਹਨੇ ਸ਼ਸਤਰ ਪਾਏ ਹੁੰਦੇ, ਨਿਹੰਗ ਸਿੰਘਾਂ ਨੇ ਵੇਖਿਆ ਨਾ ਵੀ ਸ਼ਸਤਰ ਪਾਏ ਹੁੰਦੇ, ਚੱਕਰ ਸ਼ਸਤਰ, ਤੋੜਾ ਵੀ ਹੁੰਦਾ ਹੇਠਲੇ ਪਾਸੇ ਜਿਹਦੇ ਨਾਲ ਉਹਨਾਂ ਨੇ ਖੰਡਾ ਬੰਨਿਆ ਹੁੰਦਾ ਨਾ, ਖੰਡਾ ਤੋੜਾ। ਤੇ ਹੁਣ ਉਹ ਜਿਹੜਾ ਤੋੜਾ ਆ ਉਹਦੇ ਵਿੱਚੋਂ ਕਿੱਥੇ ਸ਼ਸਤਰ ਪਾਰ ਲੰਘ ਜਾਏਗਾ। ਸਾਡੇ ਵਾਂਗੂ ਥੋੜਾ ਦਸਤਾਰਾਂ ਬੰਨ੍ਹਦੀਆਂ ਨੇ ਵੀ ਕਿਤੇ ਮਾੜੇ ਜੀ ਕੋਈ ਝੜਪ ਹੋ ਗਈ ਤੇ ਉਹ ਗਈ ਦਸਤਾਰ ਲੈ ਕੇ ਸਾਡੀ। ਇਦਾਂ ਦੀ ਦਸਤਾਰ ਨਹੀਂ ਹੁੰਦੀ ਸਿੰਘਾਂ ਦੀ। ਦਸਤਾਰਾਂ ਵੀ ਇਦਾਂ ਦੀਆਂ ਬੰਨੀਆਂ ਹੁੰਦੀਆਂ ਵੀ ਜੰਗੀ ਫਿਰ ਕਿਤੇ ਉਤਰਦੀਆਂ ਨਹੀਂ, ਫਿਰ ਰੌਲਾ ਪਾ ਲੈਂਦੇ ਆ ਜੀ ਫਲਾਣੇ ਦੀ ਉਤਰ ਗਈ ਦਸਤਾਰ, ਫਲਾਣੇ ਦੀ ਉਤਰ ਗਈ ਦਸਤਾਰ। ਲਾਉਣੀ ਭਾਵੇਂ ਤੁਸੀਂ ਕਿਸੇ ਦੀ ਵੀ ਲਾਉਂਦੇ ਹੋ ਵੀ ਬਹੁਤ ਵੱਡਾ ਪਾਪ ਹੈ, ਇਹ ਨਹੀਂ ਵੀ ਉਸ ਗੱਲ ਦੀ ਹਮਾਇਤ ਹੈ। ਪਰ ਮਹਾਰਾਜ ਨੇ ਜਿਹੜੇ ਦਮਾਲੇ ਬਖਸ਼ਿਸ਼ ਕੀਤੇ ਨਾ ਵੀ ਜੋ ਮਰਜ਼ੀ ਹੋ ਜਾਵੇ ਸਿੰਘ ਦੀ ਦਸਤਾਰ ਨਾ ਉਤਰੇ, ਇਹੋ ਜਿਹੀ ਦਸਤਾਰ ਸਾਨੂੰ ਬਣਾਈ ਤੇ ਸਾਡੀ ਜਿਹੜੀ ਕਿਤੇ ਸਿਰ ਹਿੱਲ ਜੇ ਤਾਂ ਵੀ ਢਿੱਲੀ ਹੋ ਜਾਂਦੀ ਹੈ। ਬਾਬਾ ਤਾਰਾ ਸਿੰਘ ਜੀ ਚੱਕਰ, ਤੋੜੇ ਤੇ ਇਸੇ ਪ੍ਰਕਾਰ ਉਹਨਾਂ ਨੇ ਸੀਸ ਦੇ ਦਮਾਲੇ ਵਿੱਚ ਧਾਰਨ ਕੀਤੇ ਹੋਏ। ਜਦੋਂ ਮਾਰਿਆ ਤੀਰ ਤੱਕੀ ਬੇਗ ਨੇ ਤੇ ਆ ਕੇ ਦਮਾਲੇ ਵਿੱਚ ਲੱਗ ਗਿਆ ਤੀਰ, ਤੇ ਬਾਬਾ ਜੀ ਨੂੰ ਕੋਈ ਫਰਕ ਨਾ ਪਿਆ, ਉਹ ਤੀਰ ਵਿੱਚ ਵੱਜਿਆ ਦਮਾਲੇ ਵਿੱਚ ਆ ਕਰਕੇ। ਉਸੇ ਵਕਤ ਝਟ ਕੇ ਅੱਗੇ ਵਧੇ ਬਾਬਾ ਜੀ ਤੇ ਉਹਨਾਂ ਨੇ ਘੋੜੇ ਦੀ ਵਾਗ ਫੜ ਲਈ ਜਿਹਦੇ ਤੇ ਤੱਕੀ ਬੇਗ ਬੈਠਾ ਹੈ। ਉਹਨਾਂ ਨੇ ਵੇਖਿਆ ਵੀ ਉਹਦਾ ਸਾਰਾ ਸਰੀਰ ਨਾ ਲੋਹੇ ਦੀ ਸੰਜੋਹ ਦੇ ਨਾਲ ਵਿੰਨਿਆ ਹੋਇਆ। ਲੱਭਣ ਲੱਗੇ ਵੀ ਕੋਈ ਨੰਗੀ ਜਗ੍ਹਾ ਹੈਗੀ ਵੀ ਜਿੱਥੇ ਸ਼ਸਤਰ ਦਾ ਵਾਰ ਕਰ ਸਕੀਏ, ਪਰ ਬਾਬਾ ਜੀ ਨੂੰ ਤੱਕੀ ਬੇਗ ਦੇ ਸਰੀਰ ਤੋਂ ਕੁਝ ਨਜ਼ਰ ਨਹੀਂ ਆਇਆ। ਸਾਰਾ ਲੋਹੇ ਨਾਲ ਮੜਿਆ ਹੋਇਆ, ਕੋਈ ਇਹੋ ਜੀ ਥਾਂ ਨਹੀਂ ਦਿਸੀ ਜਿੱਥੇ ਵਾਰ ਕਰ ਸਕਣ। ਹੁਣ ਸਾਰਾ ਸਰੀਰ ਸੰਜੋਹ ਦੇ ਨਾਲ ਤੱਕੀ ਬੇਗ ਦਾ ਮੜਿਆ ਹੋਇਆ ਹੈ ਤੇ ਪਿੰਡਾ ਨੰਗਾ ਨਜ਼ਰ ਨਹੀਂ ਆਉਂਦਾ। ਤੇ ਬਾਬਾ ਜੀ ਨੇ ਜਦੋਂ ਵੇਖਿਆ ਵੀ ਹੋਰ ਤਾਂ ਕੋਈ ਸਰੀਰ ਦਾ ਅੰਗ ਨੰਗਾ ਨਹੀਂ, ਵੀ ਇੱਕ ਮੂੰਹ ਹੀ ਨੰਗਾ ਆ ਇਹਦਾ, ਤੇ ਜਦੋਂ ਸਾਹਮਣੇ ਆਇਆ ਨਾ ਤੇ ਤੱਕੀ ਬੇਗ ਦੇ ਮੂੰਹ ਵਿੱਚ ਕਿਰਪਾਨ ਦਾ ਪਿਪਲਾ ਧਸਾ ਦਿੱਤਾ। ਪਿਪਲਾ ਭਾਵ ਵੀ ਤਿੱਖੀ ਨੋਕ ਮੂਹਰਲੀ ਹੁੰਦੀ ਹੈ ਨਾ ਕਿਰਪਾਨ ਦੀ, ਉਹ ਲਿਆ ਕੇ ਉਹਦੇ ਮੂੰਹ ਦੇ ਵਿੱਚ ਸੰਘ ਦੇ ਵਿੱਚ ਲੰਘਾ ਦਿੱਤੀ ਹੈ। ਬਾਬਾ ਜੀ ਨੇ ਜਦੋਂ ਤੇਗ ਮਾਰੀ ਮੂੰਹ ਦੇ ਵਿੱਚ ਸੰਘ ਚ ਲੰਘਾ ਦਿੱਤੀ ਤੇ ਤੱਕੀ ਬੇਗ ਪਿਛਾਂ ਨੂੰ ਮੁੜ ਗਿਆ, ਜ਼ਖਮੀ ਹੋ ਗਿਆ। ਤੇ ਪਿੱਛੇ ਮੋਮਨ ਖਾਂ ਖੜਿਆ ਹੋਇਆ ਸੀ। ਜਦੋਂ ਮੋਮਨ ਖਾਂ ਨੇ ਵੇਖਿਆ ਹੈ, ਮੋਮਨ ਖਾਂ ਨੇ ਪਛਾਣ ਲਿਆ ਵੀ ਇਹ ਤਾਂ ਤੱਕੀ ਬੇਗ ਹੈ। ਬੁਲਾ ਕੇ ਪਾਸ ਖਬਰ ਪੁੱਛਣ ਲੱਗਾ, ਆਖਣ ਲੱਗੇ ਵੀ ਪਾਨ ਖਾਣ ਲੱਗ ਪਏ ਮੈਦਾਨੇ ਜੰਗ ਵਿੱਚ ਵੀ ਆ ਕਰਕੇ। ਇਹ ਵਚਨ ਸੁਣ ਕੇ ਤੱਕੀ ਬੇਗ ਮੋਮਨ ਖਾਂ ਨੂੰ ਕਹਿਣ ਲੱਗਾ ਹੈ, ਕਹਿੰਦਾ ਵੀ ਅੱਗੇ ਤਾਰਾ ਸਿੰਘ ਬੈਠਾ ਪਾਨ ਦੇ ਬੀੜੇ ਬਣਾਉਂਦਾ, ਜਾਂ ਤੂੰ ਵੀ ਖਾ ਲੈ ਜਾ ਕੇ। ਮੈਂ ਤਾਂ ਪਾਨ ਦਾ ਬੀੜਾ ਖਾਇਆ, ਤੇਰੀ ਕਸਰ ਰਹਿ ਗਈ, ਤੂੰ ਵੀ ਜਾ ਕੇ ਲੈ ਲੈ। ਜੇ ਹਿੰਮਤ ਹੈ ਤੇ ਅੱਗੇ ਵੱਧ ਕੇ ਪਾਨ ਦਾ ਬੀੜਾ ਲੈ ਕੇ ਨਾ ਤਾਰਾ ਸਿੰਘ ਤੋਂ ਖਾ ਲੈ। ਇੱਥੇ ਖਲੋ ਕੇ ਤੇ ਬੜੀਆਂ ਗੱਲਾਂ ਆਉਂਦੀਆਂ ਪਈਆਂ ਵੀ ਮੈਂ ਪਾਨ ਦਾ ਬੀੜਾ ਖਾ ਰਿਹਾ, ਤੇ ਤਾਰਾ ਸਿੰਘ ਵੰਡਦਾ ਜੇ ਏਡਾ ਹੀ ਯੋਧਾ ਤੇ ਅੱਗੇ ਵੱਧ ਕੇ ਆਪ ਛਕ ਲੈ। ਇੱਕ ਚੇਲਾ ਸੀ ਮੋਮਨ ਖਾਨ ਦਾ ਜਿਹੜਾ ਉੱਥੇ ਖਲੋਤਾ ਹੋਇਆ ਹੈ। ਮੋਮਨ ਖਾਨ ਤੇ ਤੱਕੀ ਬੇਗ ਜਦੋਂ ਆਪਸ ਵਿੱਚ ਗੱਲਾਂ ਕਰ ਰਹੇ ਸਨ ਤੇ ਉਹਨੇ ਇਹਨਾਂ ਦੀ ਵਾਰਤਾ ਸੁਣੀ ਤੇ ਉਸੇ ਵਕਤ ਅੱਗੇ ਨੂੰ ਵੱਧ ਗਿਆ ਹੈ। ਜਿਹੜਾ ਮਹਾਵਤ ਸੀ ਨਾ ਉਹਨੂੰ ਹੁਕਮ ਦਿੱਤਾ ਵੀ ਹਾਥੀ ਨੂੰ ਤੋੜ, ਇਹ ਹਾਥੀ ਸਿੰਘਾਂ ਦੇ ਉੱਤੇ ਚੜਾ ਦੇ। ਉਹਨੇ ਦੋ ਜਿਹੜੇ ਤੀਰ ਸਨ ਆਪਣੇ ਹੱਥ ਵਿੱਚ ਲੈ ਕੇ ਨਾ ਇੱਕ ਕਮਾਨ ਵਿੱਚ ਤੇ ਦੋ ਤੀਰ ਜੋੜ ਕੇ ਚਲਾਉਣ ਲੱਗ ਪਿਆ ਹੈ। ਮਹਾਵਤ ਨੂੰ ਹੁਕਮ ਦੇ ਕੇ ਹਾਥੀ ਤੋੜ ਲਿਆ। ਅੱਗੇ ਜਿਹੜੇ ਸਿੰਘ ਸਨ ਥੱਕੇ ਹੋਏ ਸਨ, ਬੜੀ ਦੇਰ ਦਾ ਜੰਗ ਕਰ ਰਹੇ ਸਨ, ਗਿਣਤੀ ਵੀ 22 ਸੀ, ਕਈ ਸ਼ਹੀਦ ਵੀ ਹੋ ਗਏ ਸਨ। ਉਹਨਾਂ ਸਿੰਘਾਂ ਦਾ ਨਿਸ਼ਾਨਾ ਬਨ ਕੇ ਤੀਰ ਚਲਾਉਂਦਾ ਹੈ। ਹੁਣ ਉਹ ਆਪ ਹਾਥੀ ਉੱਪਰ ਬੈਠਾ ਹੋਇਆ ਸੀ ਤੇ ਮਨ ਵਿੱਚ ਸੋਚਣ ਲੱਗਾ ਵੀ ਮੈਂ ਤਾਂ ਉੱਚੀ ਥਾਂ ਤੇ ਬੈਠਾ ਹੋਇਆ ਹਾਂ। ਇੱਕ ਤਾਂ ਉੱਚੀ ਜਗ੍ਹਾ ਤੇ ਥੱਲੇ ਸਾਰਾ ਕੁਝ ਨਜ਼ਰ ਆਉਂਦਾ ਹੈ, ਤੀਰ ਮਾਰਨਾ ਵੀ ਸੌਖਾ ਹੈ ਤੇ ਥੱਲੋਂ ਉੱਪਰ ਸ਼ਸਤਰ ਦਾ ਵਾਰ ਕਰਨਾ ਵੀ ਬੜਾ ਔਖਾ ਹੈ। ਉਹ ਸੋਚਦਾ ਵੀ ਮੈਂ ਉੱਚੀ ਥਾਂ ਦੇ ਉੱਪਰ ਹਾਂ ਤੇ ਹਾਥੀ ਨਾਲ ਸਿੰਘਾਂ ਨੂੰ ਮਿੱਧ ਵੀ ਦਿਆਂਗਾ ਤੇ ਤੀਰ ਮਾਰ ਕੇ ਵੀ ਮਾਰ ਦਿਆਂਗਾ। ਉਹਨੇ ਵੇਖਿਆ ਵੀ ਸਿੰਘ ਤਾਂ ਥੋੜੇ ਜਿਹੇ ਨੇ ਤੇ ਵੇਖ ਕੇ ਮੁਖ ਤੇ ਲਾਲੀ ਆ ਗਈ ਉਹਦੇ। ਉਸ ਮੁਗਲ ਨੇ ਆਪਣਾ ਹਾਥੀ ਚੌਗਿਰਦੇ ਘੁਮਾ ਕੇ ਵੇਖਿਆ ਹੈ।
ਨੇੜੇ ਟੁਕ ਟੋਕੇ ਤੇ ਸਿੰਘਾਂ ਦੇ ਉੱਪਰ ਦੋ ਦੋ ਤੀਰ ਨਿਸ਼ਾਨੇ ਬਨ ਕੇ ਚਲਾਉਂਦਾ ਹੈ। ਕਹਾਵਤ ਵੱਡ ਸੂਰਬੀਰ ਥੋੜੇ ਸਿੰਘਾਂ ਤੇ ਹਮਲਾ ਕਰਕੇ ਤੇ ਆਪਣੇ ਆਪ ਨੂੰ ਵੱਡਾ ਸੂਰਮਾ ਕਹਾਉਂਦਾ ਵੀ ਮੇਰੇ ਤੋਂ ਵੱਡਾ ਸੂਰਮਾ ਕੋਈ ਨਹੀਂ। ਤੋ ਭੀਮਾ ਸਿੰਘ ਕਰ ਖੁਸ਼ੀ ਪਰਿਓ ਸ਼ੇਰ ਦਿਲ ਧਾਰੇ। ਉਥੇ ਫਿਰ ਅੱਗੇ ਬਾਬਾ ਭੀਮਾ ਸਿੰਘ ਉਹਨਾਂ ਨੇ ਵੇਖ ਲਿਆ ਵੀ ਇਹ ਇੱਕ ਹੋਰ ਮੁਗਲ ਆ ਪਹੁੰਚਿਆ ਇੱਥੇ ਤੇ ਤੀਰ ਚਲਾ ਰਿਹਾ ਹੈ, ਆਪਣੇ ਆਪ ਨੂੰ ਬੜਾ ਵੱਡਾ ਯੋਧਾ ਸੂਰਮਾ ਸਮਝਦਾ ਹੈ। ਹਿਰਦੇ ਵਿੱਚ ਧਰ ਕੇ ਖੁਸ਼ੀ ਤੇ ਸ਼ੇਰ ਵਾਂਗੂ ਟੁੱਟ ਕੇ ਪੈ ਗਏ ਹਨ। ਹਾਥੀ ਕੰਨ ਦਬਿਓ ਤੁਰਤ ਹੈ ਲਿਓ ਬਹਾਏ। ਹਾਥੀ ਦੇ ਪਾਸ ਗਏ, ਹਾਥੀ ਨੂੰ ਬਹਾਉਣ ਦਾ ਤਰੀਕਾ ਸੀ ਨਾ, ਹਾਥੀ ਦਾ ਕੰਨ ਫੜ ਲਿਆ ਤੇ ਕੰਨ ਦਬਾ ਕੇ ਤੇ ਉਹ ਜਿਹੜਾ ਹਾਥੀ ਉਹਨਾਂ ਨੇ ਧਰਤੀ ਤੇ ਬਿਠਾ ਲਿਆ ਹੈ। ਤੋ ਸਿੰਘ ਕਿਉ ਮਹਾਵਤ ਪਰਵਾਰ। ਸਿੰਘ ਨੇ ਉਸੇ ਵਕਤ ਮਹਾਵਤ ਕਹਿੰਦੇ ਹਾਥੀ ਨੂੰ ਚਲਾਉਣ ਵਾਲਾ, ਜਿਹੜਾ ਹਾਥੀ ਨੂੰ ਤੋੜਨ ਵਾਲਾ ਸੀ ਭੀਮਾ ਸਿੰਘ ਨੇ ਉਹਦੇ ਤੇ ਹਮਲਾ ਕਰ ਦਿੱਤਾ ਹੈ। ਉਹਨੇ ਅੱਗੇ ਅੰਕੁਸ਼ ਕਰ ਦਿੱਤਾ। ਇੱਕ ਅੰਕੁਸ਼ ਲੋਹੇ ਦਾ ਕੁੰਡਾ ਹੁੰਦਾ ਜਿਹਦੇ ਨਾਲ ਨਾ ਹਾਥੀ ਕਾਬੂ ਕਰਦੇ ਨੇ, ਲੋਹੇ ਦਾ ਕੁੰਡਾ ਹੁੰਦਾ ਇੱਕ, ਉਹਦੇ ਸਿਰ ਤੇ ਮਾਰਦੇ ਨੇ, ਹਾਥੀ ਦੇ ਮੱਥੇ ਦੇ ਉੱਤੇ ਮਾਰਦੇ ਨੇ ਤੇ ਹਾਥੀ ਉਹਦੇ ਨਾਲ ਕਾਬੂ ਆਉਂਦਾ। ਜਦੋਂ ਭੀਮਾ ਸਿੰਘ ਨੇ ਤਲਵਾਰ ਚਲਾਈ ਤੇ ਉਹਨੇ ਉਹ ਕੁੰਡਾ ਜਿਹੜਾ ਹੈ ਤਲਵਾਰ ਦੇ ਮੂਹਰੇ ਕਰ ਦਿੱਤਾ ਹੈ। ਤਲਵਾਰ ਟੁੱਟ ਗਈ ਤੇ ਉਸੇ ਵਕਤ ਭੀਮਾ ਸਿੰਘ ਨੇ ਅੱਧੀ ਤਲਵਾਰ ਮਾਰ ਕੇ ਜਿਹੜਾ ਮਹਾਵਤ ਸੀ ਉਹ ਪਾਰ ਬੁਲਾ ਦਿੱਤਾ ਹੈ। ਪਰ ਜਦੋਂ ਉਹਨੇ ਅੰਕੁਸ਼ ਚਲਾਇਆ ਨਾ ਮਹਾਵਤ ਨੇ, ਉਹ ਜਿਹੜਾ ਅੰਕੁਸ਼ ਸੀ ਉਹ ਭੀਮਾ ਸਿੰਘ ਦੇ ਆ ਕੇ ਵੱਜਿਆ ਤੇ ਉਹ ਗਸ਼ੀ ਖਾ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ ਨੇ। ਪਰ ਡਿੱਗਦਿਆਂ ਮਹਾਵਤ ਨੂੰ ਸੋਧਾ ਲਾ ਦਿੱਤਾ ਹੈ। ਬਾਬਾ ਤਾਰਾ ਸਿੰਘ ਜੀ ਨੇ ਵੇਖਿਆ ਵੀ ਭੀਮਾ ਸਿੰਘ ਹੇਠਾਂ ਜਾ ਪਿਆ ਤੇ ਉਹਨਾਂ ਨੇ ਜਾ ਕੇ ਮਦਦ ਕੀਤੀ ਹੈ। ਆਵਾਜ਼ ਮਾਰ ਕੇ ਲਖਮੀਰ ਸਿੰਘ ਨੂੰ ਆਖਿਆ, ਸਿੰਘਾ ਅੱਗੇ ਵੱਧ ਜਾ। ਬਾਬਾ ਤਾਰਾ ਸਿੰਘ ਕਹਿਣ ਲੱਗੇ, ਲਖਮੀਰ ਸਿੰਘ ਜਦੋਂ ਆਪਾਂ ਤੇ ਤੁਸੀਂ ਮੱਝਾਂ ਚਰਾਉਂਦੇ ਹੁੰਦੇ ਸਾਂ ਤੇ ਉਦੋਂ ਨਾ ਫਿਰ ਆਪਾਂ ਛਾਲ ਮਾਰ ਕੇ ਦੋ ਮੱਝਾਂ ਟੱਪ ਜਾਂਦੇ ਸੀਗੇ। ਵੀ ਜਦੋਂ ਆਪਾਂ ਮੱਝਾਂ ਚਰਾਉਂਦੇ ਸੀ ਵੀ ਦੋ ਮੱਝਾਂ ਹੋਣੀਆਂ ਤੇ ਇਕੱਠੀਆਂ ਮਾਰਨੀ ਛਾਲ ਤੇ ਪਾਰ ਲੰਘ ਜਾਣਾ। ਆਖਣ ਲੱਗੇ ਵੀ ਇਹ ਤੁਰਕਾਂ ਦਾ ਕੱਟਾ ਹੈ ਵੀ ਕਿੱਡੀ ਕੁ ਵੱਡੀ ਬਲਾ ਹੈ। ਵੇਖੋ ਸਿੰਘਾਂ ਦੀ ਸੋਚ ਵੀ ਦੋ ਮੱਝਾਂ ਛਾਲ ਮਾਰ ਕੇ ਟੱਪ ਜਾਈਦਾ ਤੇ ਇਹ ਤਾਂ ਕੱਟਾ ਹੈ, ਇਹਦੇ ਤੋਂ ਆਪਾਂ ਕਾਹਨੂੰ ਡਰੀ ਜਾਂਦੇ ਆ, ਅੱਗੇ ਵਧੋ। ਤੇ ਜੇ ਆਪਾਂ ਦੋ ਮੱਝਾਂ ਛਾਲ ਮਾਰ ਕੇ ਟੱਪ ਸਕਨੇ ਆ ਤੇ ਕੱਟਾ ਨਹੀਂ ਝਟਕਾ ਸਕਦੇ ਜਾ ਕੇ। ਇਸ ਤਰ੍ਹਾਂ ਇਹ ਕਿੱਡੀ ਕੁ ਵੱਡੀ ਬਲਾ ਹੈ ਤੇ ਇਸ ਬਲਾ ਨੂੰ ਜਾ ਕੇ ਕਾਬੂ ਕਰ ਲਓ। ਉੱਪਰ ਜਾ ਕੇ ਨਾ ਹਾਥੀ ਦੇ ਤੇ ਜਿਹੜਾ ਤੁਰਕ ਬੈਠਾ ਹੋਇਆ ਉਹਨੂੰ ਮਾਰ ਦਿਓ। ਇਹ ਬਚਨ ਸੁਣ ਕੇ ਨਾ ਬਾਬਾ ਤਾਰਾ ਸਿੰਘ ਜੀ ਦੇ ਤੇ ਲਖਮੀਰ ਸਿੰਘ ਅੱਗੋਂ ਕਹਿਣ ਲੱਗੇ ਹਨ, ਆਖਣ ਲੱਗੇ ਬਾਬਾ ਜੀ ਮੇਰੇ ਮਨ ਵਿੱਚ ਵੀ ਗੱਲ ਇਹੀ ਆਉਂਦੀ ਸੀ ਵੀ ਇਹ ਛੋਟਾ ਜਿਹਾ ਕੱਟਾ ਹੈ ਤੇ ਅਸੀਂ ਇਹਨੂੰ ਕਿਉਂ ਨਹੀਂ ਸਾਂਭ ਸਕਦੇ। ਜੇਕਰ ਦੋ ਮੱਝਾਂ ਛਾਲ ਮਾਰ ਕੇ ਟੱਪ ਸਕਨੇ ਆ ਤੇ ਇਹਨੂੰ ਵੀ ਕਾਬੂ ਕਰ ਸਕਦੇ ਹਾਂ। ਬਸ ਮੈਂ ਤੁਹਾਡੀ ਆਗਿਆ ਚਾਹੁੰਦਾ ਸੀ ਵੀ ਤੁਸੀਂ ਮੈਨੂੰ ਇੱਕ ਵਾਰ ਤਨਕ ਮਾਤਰ ਆਗਿਆ ਦੇ ਦਿਓ। ਇਹਦੇ ਉੱਪਰ ਬੈਠਾ ਹੋਇਆ ਨਾ ਤੁਰਕ ਤੁਹਾਨੂੰ ਮੈਂ ਮਾਰ ਕੇ ਦਿਖਾਵਾਂਗਾ। ਇਤਨਾ ਬਚਨ ਕਹਿ ਕੇ ਤੇ ਬਾਬਾ ਲਖਮੀਰ ਸਿੰਘ ਅੱਗੇ ਵੱਧ ਪਏ ਹਨ। ਜਿਵੇਂ ਕੂੰਜਾਂ ਉੜਦੀਆਂ ਨਾ ਆਕਾਸ਼ ਵਿੱਚ ਵੱਡੀ ਡਾਰ ਬਣਾ ਕੇ ਤੇ ਬਹਿਰੀ ਨਾਮ ਦਾ ਬਾਜ ਵਰਗਾ ਸ਼ਿਕਾਰੀ ਪੰਛੀ ਹੁੰਦਾ ਹੈ ਤੇ ਜਿਵੇਂ ਉਹ ਕੂੰਜਾਂ ਤੇ ਹਮਲਾ ਕਰਦਾ ਇਹਨੇ ਵੀ ਇਸੇ ਪ੍ਰਕਾਰ ਲਖਮੀਰ ਸਿੰਘ ਨੇ ਹਮਲਾ ਕਰ ਦਿੱਤਾ ਹੈ। ਲਖਮੀਰ ਸਿੰਘ ਹੱਥ ਵਿੱਚ ਫੜ ਕੇ ਨੇਜਾ ਤੇ ਮੈਦਾਨੇ ਜੰਗ ਵਿੱਚ ਕੁੱਦ ਪਿਆ ਤੇ ਜਾ ਕੇ ਜਿਹੜਾ ਉਹ ਮੋਮਨ ਖਾਨ ਦਾ ਚੇਲਾ ਹਾਥੀ ਤੇ ਬੈਠਾ ਸੀ ਉਹਨੂੰ ਲਲਕਾਰ ਕੇ ਆਵਾਜ਼ ਮਾਰੀ ਵੀ ਤੁਰਕਾ ਸੰਭਾਲ, ਸਿੰਘ ਆ ਗਏ ਤੇ ਹੁਣ ਜੇ ਭਲਾ ਚਾਹੁੰਦਾ ਤੇ ਵਾਰ ਸੰਭਾਲ ਲੈ। ਜਦੋਂ ਉਹਨੇ ਵੇਖਿਆ ਵੀ ਸਿੰਘ ਮੇਰੇ ਤੇ ਹਮਲਾ ਕਰਨ ਵਾਸਤੇ ਆ ਗਿਆ, ਦੂਜੇ ਪਾਸਿਓਂ ਚੇਲੇ ਨੇ ਵੀ ਮਾਰ ਦੀ ਪੁਕਾਰ ਕੀਤੀ, ਉਹ ਵੀ ਲਲਕਾਰਨ ਲੱਗ ਪਿਆ ਹੈ। ਲਖਮੀਰ ਸਿੰਘ ਨੇ ਜਾ ਕੇ ਉਹਨੂੰ ਸੰਭਾਲ ਲਿਆ ਹੈ। ਹੱਥ ਦੇ ਵਿੱਚ ਵਰਛਾ ਪਕੜਿਆ ਤੋ ਲਖਮੀਰ ਸਿੰਘ ਜਾਏ ਸੰਭਾਰਾ। ਹੱਥ ਵਿੱਚ ਉਹਨਾਂ ਨੇ ਨੇਜਾ ਪਕੜ ਕੇ ਤੇ ਨੇਜੇ ਦਾ ਵਾਰ ਕੀਤਾ ਤੇ ਉਹ ਚੇਲਾ ਜਿਹੜਾ ਬੈਠਾ ਸੀ ਨਾ ਹਾਥੀ ਤੇ ਉਹਦੇ ਮੋਢੇ ਦੇ ਵਿੱਚ ਜਾ ਕੇ ਉਹਨਾਂ ਨੇ ਵਰਛਾ ਮਾਰਿਆ ਹੈ।
ਇਸ ਤਰ੍ਹਾਂ ਉਹਨਾਂ ਦਾ ਨੇਜਾ ਜਿਹੜਾ ਸੀ ਤੇ ਉਹ ਤੁਰਕ ਦਾ ਮੋਢਾ ਚੀਰ ਕੇ ਪਾਰ ਲੰਘ ਗਿਆ। ਤਲਵਾਰ ਨਾਲ ਚੱਲੇ ਤੀਰ। ਜਦੋਂ ਮੋਢਾ ਚੀਰ ਦਿੱਤਾ ਤੇ ਹੁਣ ਸਜੇ ਹੱਥ ਨਾਲ ਤਲਵਾਰ ਚਲਾਉਂਦਾ ਸੀ, ਹੁਣ ਨਾ ਤਲਵਾਰ ਚੱਲੇ ਤੇ ਨਾ ਤੀਰ ਚੱਲੇ। ਮੋਢਾ ਚੀਰ ਦਿੱਤਾ ਬਾਬਾ ਲਖਮੀਰ ਸਿੰਘ ਨੇ। ਇਸ ਤਰ੍ਹਾਂ ਉਹਦਾ ਮੋਢਾ ਹੀ ਇੱਕ ਪਾਸਿਓਂ ਲਾਹ ਦਿੱਤਾ ਹੈ। ਦੋ ਸਿੰਘ ਮਦਦ ਹੋਰ ਆਏ। ਇਸ ਤੋਂ ਬਾਅਦ ਇੱਕ ਦੋ ਸਿੰਘ ਹੋਰ ਮਦਦ ਕਰਨ ਵਾਸਤੇ ਆ ਗਏ ਹਨ। ਹਾਥੀ ਗਿਰਦੇ ਹੋਰ ਹਟਾਏ। ਹਾਥੀ ਦੇ ਚਾਰ ਚਫੇਰੇ ਜਿੰਨੀ ਵੀ ਫੌਜ ਸੀ ਸਿੰਘਾਂ ਨੇ ਮਾਰ ਕੇ ਨਠਾ ਦਿੱਤੀ ਹੈ। ਵੀਰ ਸਿੰਘ ਕੋ ਦਾਉ ਲੱਗ ਗਏ। ਇਸ ਪ੍ਰਕਾਰ ਲਖਮੀਰ ਸਿੰਘ ਦਾ ਉਸੇ ਵਕਤ ਦਾਅ ਲੱਗ ਗਿਆ, ਉਹਨਾਂ ਨੂੰ ਮੌਕਾ ਮਿਲ ਗਿਆ ਹੈ। ਰੱਸੇ ਹਾਥੀ ਪਰ ਗਇਓ। ਰੱਸੀ ਫੜ ਕੇ ਛਾਲ ਮਾਰ ਕੇ ਹਾਥੀ ਉੱਪਰ ਚੜ ਗਏ ਹਨ। ਤਲਵਾਰ ਚੇਲਾ ਡਾਰਦੇ। ਮਾਰ ਕੇ ਤਲਵਾਰ ਤੇ ਉਹ ਚੇਲਾ ਜਿਹੜਾ ਬੈਠਾ ਸੀ, ਤੁਰਕ ਬੈਠਾ ਸੀ, ਉਹਦਾ ਸਿਰ ਕੱਦੂ ਵਾਂਗੂ ਲਾਹ ਕੇ ਹੇਠਾਂ ਸੁੱਟ ਦਿੱਤਾ। ਹਾਥੀ ਤੋਰ ਵਧ ਸਿੰਘਨ ਦਿਓ। ਧੜ ਚੁੱਕ ਕੇ ਧਰਤੀ ਤੇ ਮਾਰਿਆ ਤੇ ਜਿਹੜਾ ਹਾਥੀ ਸੀ ਸਿੰਘਾਂ ਵਾਲੇ ਪਾਸੇ ਤੋਰ ਲਿਆ। ਸਿੰਘ ਜੀ ਕਹਿਓ ਹਾਥੀ ਕੇ ਕੰਮ। ਬਾਬਾ ਤਾਰਾ ਸਿੰਘ ਵੇਖਣ ਲੱਗੇ ਵੀ ਲਖਮੀਰ ਸਿੰਘ ਹਾਥੀ ਵੀ ਇੱਧਰ ਤੋਰ ਕੇ ਲੈ ਕੇ ਆ ਰਿਹਾ ਹੈ। ਆਵਾਜ਼ ਮਾਰ ਕੇ ਕਹਿਣ ਲੱਗੇ ਵੀ ਸਿੰਘਾ ਹਾਥੀ ਸਿੰਘਾਂ ਦੇ ਕਿਹੜੇ ਕੰਮ ਹੈ। ਅਨੇਕ ਬਖਸ਼ਿੰਗਾ ਗੁਲਾਮ। ਵੀ ਇਹ ਕੱਟਾ ਆਪਾਂ ਕੀ ਕਰਨਾ, ਇਹ ਤੁਰਕਾਂ ਨੂੰ ਵਾਪਸ ਕਰ ਦੇ, ਆਪਣਾ ਕੱਟਾ ਆਪ ਸੰਭਾਲ ਲੈਣ। ਜਦੋਂ ਸਮਾਂ ਆਵੇਗਾ ਨਾ ਖਾਲਸੇ ਦਾ ਰਾਜ ਹੋਵੇਗਾ, ਇਹੋ ਜਿਹੇ ਹਾਥੀ ਫਿਰ ਆਪਾਂ ਉਦੋਂ ਸਿੰਘਾਂ ਨੂੰ ਬਖਸ਼ਿਆ ਕਰਾਂਗੇ। ਹਾਥੀ ਫਿਰ ਜਪ ਖਾਲੀ ਗਇਓ। ਇਸ ਤਰ੍ਹਾਂ ਕਹਿੰਦੇ ਲਖਬੀਰ ਸਿੰਘ ਹੇਠਾਂ ਉਤਰ ਗਏ ਤੇ ਤੁਰਕਾਂ ਦਾ ਕੱਟਾ ਤੁਰਕਾਂ ਨੂੰ ਵਾਪਸ ਕਰ ਦਿੱਤਾ। ਖਾਲੀ ਹੋ ਗਿਆ, ਨਾ ਮਹਾਵਤ ਰਿਹਾ ਤੇ ਨਾ ਉੱਤੇ ਬੈਠਾ ਉਹ ਚੇਲਾ ਰਿਹਾ। ਇਸ ਤਰ੍ਹਾਂ ਖਾਲੀ ਹਾਥੀ ਵਾਪਸ ਤੁਰ ਪਿਆ ਹੈ। ਤੁਰਕਨ ਕੋ ਭਾਜ ਖਾਏ ਗਇਓ। ਹੁਣ ਹਾਥੀ ਜਿਹੜਾ ਸੀ ਉਹ ਤੁਰਕਾਂ ਦੀ ਫੌਜ ਨੂੰ ਮਿਧਣ ਲੱਗ ਪਿਆ, ਦੌੜਦਾ ਹੋਇਆ ਪਿਛਾਂ ਨੂੰ ਭੱਜਦਾ ਪਿਆ ਹੈ। ਮੋਮਨ ਖਾਂ ਪੂਰਬੀ ਬੁਲਾਏ। ਮੋਮਨ ਖਾਂ ਨੇ ਵੇਖਿਆ ਵੀ ਹੁਣ ਇੱਥੇ ਮਸਲਾ ਰਾਸ ਨਹੀਂ ਆਉਂਦਾ ਪਿਆ, ਫਿਰ ਉਹਨੇ ਪੂਰਬੀਏ ਸੱਦੇ ਆਪਣੇ ਪਾਸ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਵੀ ਇਹੀ ਲੋਕ ਸਨ ਹਮਲਾ ਕਰਨ ਵਾਸਤੇ। ਜਦੋਂ ਸਿੱਖ ਰੈਜੀਮੈਂਟ ਨੇ ਜਵਾਬ ਦੇ ਦਿੱਤਾ ਤੇ ਉਹਨਾਂ ਨੂੰ ਪਤਾ ਲੱਗ ਗਿਆ, ਫਿਰ ਉਹਨਾਂ ਨੇ ਪੂਰਬੀਏ ਸੱਦੇ ਜਿੰਨੇ ਸਨ। ਮੋਮਨ ਖਾਂ ਨੇ ਪੂਰਬੀਏ ਜਿਹੜੇ ਸਨ ਉਹ ਆਪਣੇ ਪਾਸ ਸੱਦੇ ਹਨ। ਹਜ਼ਾਰੀ ਖਿਤਾਬ ਜਿਨ ਪਾਏ। ਜਿਨ੍ਹਾਂ ਨੇ ਹਜ਼ਾਰੀਆਂ ਦਾ ਖਿਤਾਬ ਪ੍ਰਾਪਤ ਕੀਤਾ, ਕੋਈ 10 ਹਜ਼ਾਰੀ, ਕੋਈ 20 ਹਜ਼ਾਰੀ, ਕੋਈ 30 ਹਜ਼ਾਰੀ। ਇਹਦਾ ਭਾਵ ਵੀ ਕਿਸੇ ਦੇ ਥੱਲੇ 10,000 ਦੀ ਫੌਜ, ਕਿਸੇ ਕੋਲ 20,000 ਫੌਜ, ਕਿਸੇ ਕੋਲ 30 ਹਜ਼ਾਰੀ ਫੌਜ। ਇਸ ਤਰ੍ਹਾਂ ਜਿਹੜੇ ਜਿੰਨੀ ਫੌਜ ਦੇ ਮਾਲਕ ਸਨ, ਜਿਹੋ ਜੀਆਂ ਬਹਾਦਰੀਆਂ ਕੀਤੀਆਂ ਉਹੋ ਜਿਹੇ ਖਿਤਾਬ ਉਹਨਾਂ ਨੂੰ ਪ੍ਰਾਪਤ ਹੋਏ ਸਨ। ਮਨਸਾ ਰਾਮ ਉਦਿਆ ਰਾਮ ਜਿਨ ਕੋ ਤੋਜਹ ਨਾਮ। ਇਸ ਤਰ੍ਹਾਂ ਮਨਸਾ ਰਾਮ ਤੇ ਦਇਆ ਰਾਮ ਪੂਰਬੀਏ ਜਿਹੜੇ ਫੌਜ ਦੇ ਮਾਲਕ ਸਨ, ਇਹ ਦੋ ਜਾਣੇ ਸਨ। ਇਸ ਪ੍ਰਕਾਰ ਉਹ ਆਪਣੀ ਫੌਜ ਲੈ ਕੇ ਅੱਗੇ ਵਧੇ ਹਨ। ਨਾਲ ਬੜ ਖੋਜ ਉਤ ਕੁੰਦਲਪੁਰ ਕਰ ਧਾਮ। ਕੁੰਦਲਪੁਰ ਇਹਨਾਂ ਦੇ ਘਰ ਸਨ, ਪੂਰਬ ਦੇ ਇਲਾਕੇ ਵਿੱਚ, ਉੱਥੋਂ ਦੇ ਰਹਿਣ ਵਾਲੇ ਸਨ। ਤੇ ਇਹਨਾਂ ਨੂੰ ਬਹੁਤੀ ਵੱਡੀ ਫੌਜ ਦੇ ਕੇ ਮੋਮਨ ਖਾਂ ਨੇ ਅੱਗੇ ਤੋਰਿਆ ਹੈ। ਬੈ ਕਰ ਹੱਲਾ ਸਿੰਘਨ ਪਰ ਪਏ। ਇਸ ਪ੍ਰਕਾਰ ਹੱਲਾ ਕਰਕੇ ਉਹ ਸਿੰਘਾਂ ਤੇ ਆਣ ਪਏ ਹਨ। ਸਿੰਘ ਪੀਸਾਂ ਨੂੰ ਗਏ। ਉਧਰੋਂ ਸਿੰਘ ਵੀ ਤਿਆਰ ਬਰ ਤਿਆਰ ਹੋ ਕੇ ਇਹਨਾਂ ਦੇ ਸਾਹਮਣੇ ਆ ਗਏ। ਰਾਮ ਉਦਿਆ ਰਾਮ। ਮਨਸਾ ਰਾਮ ਤੇ ਦਇਆ ਰਾਮ ਜਿਹੜੇ ਪੂਰਬੀਏ ਸਨ। ਉਸੇ ਵਕਤ ਜਦੋਂ ਉਹ ਚੜ ਕੇ ਆਏ ਨਾ, ਸਿੰਘਾਂ ਨੇ ਉਸੇ ਥਾਂ ਤੇ ਉਹਨਾਂ ਨੂੰ ਮਾਰ ਮੁਕਾਇਆ ਹੈ। ਬੜੇ ਮਾਣ ਦੇ ਨਾਲ ਆਏ ਵੀ ਅਸੀਂ ਸਿੰਘਾਂ ਨੂੰ ਜਿੱਤ ਲਵਾਂਗੇ, ਪਰ ਸਿੰਘਾਂ ਨੇ ਉਹਨਾਂ ਨੂੰ ਉਸੇ ਥਾਂ ਤੇ ਮਾਰ ਮੁਕਾਇਆ ਹੈ। ਅਖੀਰ ਤੁਰਕਾਂ ਦੀ ਫੌਜ ਜਿਹੜੀ ਪਿਛਾਂ ਨੂੰ ਭੱਜ ਗਈ। ਜਿਹੜਾ ਮੈਦਾਨ ਸੀ ਉਹ ਸਿੰਘਾਂ ਦੇ ਪਾਸ ਰਹਿ ਗਿਆ ਹੈ। ਦਿਨ ਚੜ ਗਿਆ ਤੇ ਉਜਿਆਲਾ ਹੋ ਗਿਆ, ਪ੍ਰਕਾਸ਼ ਹੋ ਗਿਆ ਚਾਰ ਚਫੇਰੇ। ਤੁਰਕਾਂ ਨੇ ਫਿਰ ਦੁਬਾਰਾ ਖੇਤ ਸੰਭਾਲ ਲਿਆ, ਭਾਵ ਜੰਗ ਕਰਨ ਵਾਸਤੇ ਆ ਗਏ। ਹੁਣ ਰਾਤ ਦਾ ਤਾਂ ਸਮਾਂ ਕੁਝ ਹੋਰ ਸੀਗਾ ਵੀ ਸਿੰਘ ਗਿਣਤੀ ਵਿੱਚ ਬਹੁਤ ਥੋੜੇ ਸਨ ਤੇ ਜੰਗ ਹੁੰਦਾ ਰਿਹਾ। ਪਰ ਜਦੋਂ ਦਿਨ ਚੜ ਗਿਆ ਤੇ ਉਹਨਾਂ ਵੇਖਿਆ ਵੀ ਕੋਈ ਸਿੰਘ ਕਿਤੇ ਪਿਆ, ਕੋਈ ਕਿਤੇ ਖਲੋਤਾ, ਕੋਈ ਜ਼ਖਮੀ ਹੋਇਆ ਪਿਆ, ਕੋਈ ਸ਼ਹੀਦ ਹੋਇਆ ਪਿਆ ਹੈ। ਇਸ ਤਰ੍ਹਾਂ ਉਹਨਾਂ ਨੇ ਵੇਖਿਆ ਕੋਊ ਕਿਤੇ ਸਿੰਘ ਦਿਸੈ ਖੜਾ, ਵੀ ਕਿਤੇ ਕਿਤੇ ਕੋਈ ਸਿੰਘ ਖੜਿਆ ਹੋਇਆ ਨਜ਼ਰ ਆ ਰਿਹਾ ਤੇ ਕੋਈ ਸ਼ਹੀਦ ਹੋਇਆ ਨਜ਼ਰ ਆ ਰਿਹਾ ਹੈ। ਤੁਰਕਾਂ ਨੇ ਸੋਚਿਆ ਵੀ ਅੱਗੇ ਵੱਧ ਕੇ ਜੰਗ ਕਰਨ ਨਾਲੋਂ ਚੰਗਾ ਵੀ ਦੂਰੋਂ ਹੀ ਵਾਰ ਕਰੋ। ਤੁਰਕ ਦੂਰ ਖਲੋ ਗਏ ਤੇ ਦੂਰੋਂ ਹੀ ਨਿਸ਼ਾਨਾ ਬੰਨ੍ਹ ਕੇ ਗੋਲੀਆਂ ਚਲਾਉਣ ਲੱਗੇ ਹਨ। ਇਸ ਤਰ੍ਹਾਂ ਨੇੜੇ ਢੁਕਣ ਤੋਂ ਡਰਦੇ ਸਨ। ਜਿਵੇਂ ਸ਼ੇਰ ਦੇ ਨੇੜੇ ਕੋਈ ਡਰਦਾ ਨਹੀਂ ਨਾ ਜਾਂਦਾ, ਇਸ ਤਰ੍ਹਾਂ ਸਿੰਘਾਂ ਦੇ ਨੇੜੇ ਜਾਣ ਤੋਂ ਤੁਰਕਾਂ ਨੂੰ ਭੈ ਆਉਂਦਾ, ਡਰ ਆਉਂਦਾ ਹੈ।
ਇਸ ਤਰ੍ਹਾਂ ਫਿਰ ਦਿਨ ਚੜ੍ਹਨ ਵੇਲੇ ਜਿਹੜੇ ਸਿੰਘ ਖਲੋਤੇ ਹੋਏ ਸਨ, ਦੂਰੋਂ ਉਹਨਾਂ ਨੇ ਬੰਦੂਕਾਂ ਗੋਲੀਆਂ ਦੀ ਵਰਖਾ ਕਰਕੇ ਤੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਸਭਨ ਕੇ ਸਿਰ ਕੱਟ ਲਏ। ਇਸ ਤਰ੍ਹਾਂ ਜਦੋਂ ਸਿੰਘ ਸ਼ਹੀਦ ਹੋ ਗਏ, ਬਾਬਾ ਤਾਰਾ ਸਿੰਘ ਜੀ ਵੀ ਉੱਥੇ ਸ਼ਹੀਦ ਹੋ ਗਏ ਤੇ ਇਹ ਅੱਗੇ ਵਧੇ ਤੇ ਇਹਨਾਂ ਨੇ ਅੱਗੇ ਵੱਧ ਕੇ ਤੇ ਜਿਹੜੇ ਸਿੰਘ ਧਰਤੀ ਤੇ ਡਿੱਗੇ ਸਨ ਉਹਨਾਂ ਦੇ ਸਿਰ ਲਾਹ ਲਏ ਹਨ। ਤਾਰਾ ਸਿੰਘ ਸ਼ਹੀਦੀ ਪਾਈ। ਇਸ ਤਰ੍ਹਾਂ ਬਾਬਾ ਤਾਰਾ ਸਿੰਘ ਜੀ ਨੂੰ ਤੀਰ ਗੋਲੀਆਂ ਦੇ ਫੱਟ ਵੱਜੇ, ਰਾਤ ਵੀ ਜੰਗ ਕਰਦੇ ਰਹੇ, ਸ਼ਸਤਰਾਂ ਦੇ ਫੱਟ ਵੱਜੇ। ਸਵੇਰ ਹੁੰਦਿਆਂ ਸਾਰ ਗੋਲੀਆਂ ਦੀ ਵਿਛਾੜ ਜਿਹੜੀ ਉਹ ਕਰ ਦਿੱਤੀ ਤੁਰਕਾਂ ਨੇ ਤੇ ਬਾਬਾ ਤਾਰਾ ਸਿੰਘ ਜੀ ਇਸ ਪ੍ਰਕਾਰ ਸ਼ਹਾਦਤ ਦਾ ਜਾਮ ਜਿਹੜਾ ਉਹ ਪ੍ਰਾਪਤ ਕਰ ਗਏ ਹਨ। ਉਸ ਸੰਗ ਸਭ ਬਾਈ। ਜਿੰਨੇ ਵੀ ਸਿੰਘ ਸਨ 22 ਦੇ 22 ਸਿੰਘ ਉਸ ਜਗ੍ਹਾ ਤੇ ਮੈਦਾਨੇ ਜੰਗ ਦੇ ਵਿੱਚ ਬਾਬਾ ਤਾਰਾ ਸਿੰਘ ਦੇ ਨਾਲ ਨਿਭ ਗਏ, ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ। ਤਾਰਾ ਸਿੰਘ ਜੀ ਸਾਕੂ ਕੀਆ। ਇਸ ਤਰ੍ਹਾਂ ਬਾਬਾ ਤਾਰਾ ਸਿੰਘ ਜੀ ਨੇ ਇਹ ਵੱਡਾ ਸਾਕਾ ਕਰ ਵਿਖਾਇਆ ਹੈ। ਹੋਰ ਸਭ ਜਗ ਵਿੱਚ ਥਿਆ। ਉਹਨਾਂ ਦਾ ਸਾਕਾ ਸਾਰੇ ਜੱਗ ਵਿੱਚ ਮਸ਼ਹੂਰ ਹੋ ਗਿਆ। ਬੜੇ ਪ੍ਰੇਮ ਵਾਲੇ ਸਿੰਘ ਸਨ, ਭਾਵੇਂ ਦੰਗਈ ਸਨ, ਜੰਗ ਕਰਦੇ ਸਨ ਪਰ ਪ੍ਰੇਮ ਵੀ ਕਰਦੇ ਸਨ, ਸਭ ਦੀ ਮਦਦ ਕਰਦੇ ਸਨ, ਬੰਦਗੀ ਵਾਲੀ ਰੂਹ ਸੀ। ਤੇ 22 ਸਿੰਘਾਂ ਨੇ 2200 ਫੌਜੀਆਂ ਦਾ ਮੁਕਾਬਲਾ ਕੀਤਾ ਸਾਰੀ ਰਾਤ। ਇਹੋ ਜਿਹਾ ਘਮਸਾਣ ਦਾ ਜੰਗ ਕੀਤਾ ਕਿ ਸਾਰੇ ਜਗਤ ਵਿੱਚ ਪ੍ਰਸਿੱਧ ਹੋ ਗਿਆ ਹੈ। ਬਾਬਾ ਤਾਰਾ ਸਿੰਘ ਜੀ ਜਿਨ੍ਹਾਂ ਨੇ ਸਤਿਗੁਰੂ ਕਲਗੀਧਰ ਜੀ ਦੇ ਬਚਨਾਂ ਦੀ ਕਮਾਈ ਕੀਤੀ ਹੈ। ਉਹਨਾਂ ਆਪਣਾ ਸੀਸ ਦੇ ਦਿੱਤਾ ਪਰ ਆਪਣਾ ਸਿਰੜ, ਆਪਣਾ ਹੱਥ ਜਿਹੜਾ ਸੀ ਉਹ ਨਹੀਂ ਛੱਡਿਆ। ਭਾਈ ਰਤਨ ਸਿੰਘ ਜੀ ਕਹਿੰਦੇ ਹੋ ਗੁਰੂ ਕੇ ਸਿੰਘ ਧੰਨ ਸਨ ਜਿਨ੍ਹਾਂ ਨੇ ਇਹੋ ਜਿਹਾ ਸਾਕਾ ਕਰ ਵਿਖਾਇਆ ਤੇ ਮੈਦਾਨੇ ਜੰਗ ਵਿੱਚ ਪ੍ਰਾਣ ਛੱਡ ਦਿੱਤੇ ਪਰ ਆਪਣਾ ਸਿਰੜ ਉਹਨਾਂ ਨੇ ਨਹੀਂ ਛੱਡਿਆ। ਇਹ ਜਿਹੜਾ ਜਗਤ ਦਾ ਭਾਈ ਆਉਣ ਜਾਣ ਵਾਲਾ ਹੈ, ਦੁਨੀਆ ਆਉਂਦੀ ਦੁਨੀਆ ਚਲੇ ਜਾਂਦੀ ਹੈ ਪਰ ਮਨੁੱਖ ਦੇ ਕੀਤੇ ਹੋਏ ਕਰਮ ਸੰਸਾਰ ਦੇ ਵਿੱਚ ਰਹਿ ਜਾਂਦੇ ਨੇ। ਹੁਣ ਬਾਦਸ਼ਾਹ ਔਰੰਗਜ਼ੇਬ ਉਹਦੇ ਕੀਤੇ ਹੋਏ ਕਰਮ ਸੰਸਾਰ ਵਿੱਚ ਰਹਿ ਗਏ, ਆਪ ਚਲਿਆ ਗਿਆ ਦੁਨੀਆ ਤੋਂ, ਪਰ ਅੱਜ ਵੀ ਦੁਨੀਆ ਉਹਦੇ ਕੀਤੇ ਹੋਏ ਮਾੜੇ ਕਰਮਾਂ ਨੂੰ ਯਾਦ ਕਰਦੀ ਹੈ ਤੇ ਆਖਦੀ ਬੜਾ ਬੁਰਾ ਹੈ। ਵੱਡੇ ਵੱਡੇ ਮਹਾਂਪੁਰਸ਼ ਬੰਦਗੀ ਕਰਨ ਵਾਲੇ ਸੰਸਾਰ ਵਿੱਚ ਆਏ, ਸਰੀਰਕ ਤੌਰ ਤੇ ਭਾਵੇਂ ਸੰਸਾਰ ਵਿੱਚੋਂ ਚਲੇ ਗਏ ਪਰ ਉਹਨਾਂ ਦੀ ਕੀਤੀ ਬੰਦਗੀ, ਉਹਨਾਂ ਦੀ ਕੀਤੀ ਕਮਾਈ ਅੱਜ ਵੀ ਸੰਸਾਰ ਵਿੱਚ ਹੈ। ਬਾਬਾ ਤਾਰਾ ਸਿੰਘ ਜੀ ਵਾਂ ਇਹੋ ਜਿਹੇ ਮਹਾਂਪੁਰਸ਼, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਅਨੇਕਾਂ ਸੰਸਾਰ ਵਿੱਚ ਜਈਆਂ ਰੂਹਾਂ ਆਈਆਂ। ਸਤਿਗੁਰੂ ਕਲਗੀਧਰ ਜੀ ਦੇ ਸਾਹਿਬਜ਼ਾਦੇ, ਸਤਿਗੁਰੂ ਗਰੀਬ ਨਵਾਜ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ, ਸਤਿਗੁਰਾਂ ਦੇ ਮਹਿਲ, ਅੱਗੋਂ ਇਸੇ ਤਰ੍ਹਾਂ ਮਾਤਾ ਗੁਜਰੀ ਜੀ, ਕਿੱਡੇ ਵੱਡੇ ਸਾਕੇ ਉਹਨਾਂ ਨੇ ਕਰਕੇ ਵਿਖਾਏ। ਕਿਤਨੇ ਕੁ ਸਿੰਘਾਂ ਦਾ ਜ਼ਿਕਰ ਕਰੀਏ, ਉਹਨਾਂ ਦਾ ਕੀਤਾ ਕਰਮ, ਉਹਨਾਂ ਜੋ ਕਮਾਈ ਸੰਸਾਰ ਵਿੱਚ ਕੀਤੀ ਉਹ ਸੰਸਾਰ ਵਿੱਚ ਰਹਿ ਗਈ ਭਾਈ। ਇਸੇ ਕਰਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸੰਸਾਰ ਨੇ ਚਲੇ ਜਾਣਾ, ਸਾਡੇ ਵਰਗਿਆਂ ਨੂੰ ਕਿਸੇ ਨਹੀਂ ਪੁੱਛਣਾ। ਜੈਸੇ ਦੁਨੀਆ ਤੇ ਆਏ ਵੈਸੇ ਦੁਨੀਆ ਤੋਂ ਚਲੇ ਗਏ। ਪਰਿਵਾਰ ਵੀ 1-2 ਪੀੜ੍ਹੀਆਂ ਬਾਅਦ ਭੁਲਾ ਦਿੰਦਾ ਹੈ। ਪਹਿਲਾਂ ਫੋਟੋ ਉੱਤੇ ਫੁੱਲ ਪੈ ਜਾਂਦੇ ਨੇ, ਮੁੜ ਕੇ ਫਿਰ ਉਹ ਵੀ ਜਾ ਕੇ ਪੇਟੀਆਂ ਵਿੱਚ ਸੱਟ ਦਿੰਦੇ ਨੇ, ਫਿਰ ਨਹੀਂ ਲੱਭਦੀਆਂ ਹੁੰਦੀਆਂ। ਸੰਸਾਰ ਵਿੱਚ ਅਜਿਹੀ ਪ੍ਰਥਾ ਚੱਲਦੀ ਆ ਰਹੀ ਹੈ ਦੁਨੀਆ ਦੇ ਵਿੱਚ। ਪੁੱਤ ਪੋਤਰੇ ਪੜਪੋਤਰੇ ਯਾਦ ਰੱਖਦੇ, ਮੁੜ ਕੇ ਨਹੀਂ ਕੋਈ ਯਾਦ ਰੱਖਦਾ ਹੁੰਦਾ, ਸਭ ਦੁਨੀਆ ਭੁੱਲ ਜਾਂਦੀ। ਕਿਹਨਾਂ ਨੇ ਯਾਦ ਰਹਿਣਾ ਸੰਸਾਰ ਵਿੱਚ? ਨਾਮ ਰਹਿਓ ਇੱਕ ਪਰਮੇਸ਼ਰ ਦਾ ਨਾਮ ਸਥਿਰ ਰਹਿਣਾ, ਜੁਗੋ ਜੁਗਾ ਟਲ। ਸਾਧੂ ਰਹਿਓ ਜਿਨ੍ਹਾਂ ਨਾਮ ਜਪਿਆ ਸਾਧਨਾ ਕੀਤੀ, ਉਹ ਸਾਧੂ ਸੰਸਾਰ ਤੇ ਸਦਾ ਲਈ ਰਹਿ ਗਏ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਗੁਰੂ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਇਹਨਾਂ ਸਥਿਰ ਰਹਿਣਾ ਤੇ ਗੋਬਿੰਦ ਅਕਾਲ ਪੁਰਖ ਨੇ ਸਥਿਰ ਰਹਿਣਾ, ਬਾਕੀ ਨਹੀਂ ਸੰਸਾਰ ਵਿੱਚ ਕਿਸੇ ਨੇ ਲੱਭਣਾ। ਸੋ ਇਸ ਕਰਕੇ ਭਾਈ ਰਤਨ ਸਿੰਘ ਜੀ ਕਹਿੰਦੇ, ਸੰਸਾਰ ਆਵਣ ਜਾਣ ਵਾਲਾ, ਰਹਿ ਨਾਮ ਥਿਰ ਕਰਮ ਕਾਰ ਹੈ ਜਗ ਆਵਨ ਜਾਣ। ਸੰਸਾਰ ਆਉਣ ਜਾਣ ਵਾਲਾ, ਪਰ ਜਿਨ੍ਹਾਂ ਕਰਮ ਕੀਤਾ, ਬੰਦਗੀ ਕੀਤੀ, ਸ਼ਹਾਦਤ ਪ੍ਰਾਪਤ ਕੀਤੀ, ਕੇਵਲ ਉਹਨਾਂ ਦਾ ਕੀਤਾ ਕਰਮ ਜਿਹੜਾ ਹੈ ਉਹਨਾਂ ਦਾ ਨਾਮ ਦੁਨੀਆ ਵਿੱਚ ਪ੍ਰਸਿੱਧ ਕਰ ਗਿਆ। ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਬਾਬਾ ਤਾਰਾ ਸਿੰਘ ਜੀ ਤੇ ਉਹਨਾਂ ਦੇ ਨਾਲ ਸਾਰੇ ਸਮੂਹ ਸ਼ਹੀਦ ਸਿੰਘਾਂ ਨੂੰ ਕੋਟਾਨ ਕੋਟਵਾਰ ਨਮਸਕਾਰ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾ,
ਅੰਧਕੂਪ ਮਹਾ ਭਿਆਨ ਨਾਨਕ ਪਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿਓ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿਓ ਤਾਰਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।